ਇਹਨਾਂ ਦੇ ਦਫ਼ਤਰ ਦੇ ਵਿੱਚ ਵੀ ਜਾਈਏ ਤੇ 10-12 ਲੋਕ ਐਸੇ ਬੈਠੇ ਹੁੰਦੇ ਜਿਨ੍ਹਾਂ ਦੀ ਜ਼ਰੂਰਤ ਚਾਹੇ ਉਹ ਕੋਈ ਸਰਕਾਰੀ ਜਾਂ ਗੈਰ ਸਰਕਾਰੀ ਜਾਂ ਇਮੀਗ੍ਰੇਸ਼ਨ ਦੀ ਹੋਵੇ ਮਦਦ ਕਰ ਰਹੇ ਹੁੰਦੇ। ਮੈਨੂੰ ਲੱਗਿਆ ਕਿ ਸਾਡੀ ਕਮਿਊਨਿਟੀ ਦੀ ਨਾ ਪੋਲੀਟੀਕਲ ਸਿਸਟਮ 'ਚ ਵੀ ਇਨਵੋਲਵਮੈਂਟ ਹੋਣੀ ਚਾਹੀਦੀ ਹੈ, ਕਿਉਂਕਿ ਜਿਹੜੀਆਂ ਪਾਲਿਸੀਜ਼ ਡਰਾਫਟ ਹੋਣੀਆਂ ਨੇ ਸਿਟੀ ਹਾਲ 'ਚ ਹੋਣੀਆਂ ਨੇ, ਚਾਹੇ ਨਿਊਯਾਰਕ ਸਟੇਟ 'ਚ ਹੋਣੀਆਂ ਨੇ ਜਾਂ ਸੈਨੇਟ 'ਚ ਹੋਣੀਆਂ ਨੇ, ਸਾਡੇ ਵਾਸਤੇ ਡਰਾਫਟ ਹੋਣੀਆਂ ਨੇ, ਤੇ ਵਾਈ ਨਾਟ ਆਵਰ ਇਨਵੋਲਵਮੈਂਟ ਸ਼ੁੱਡ ਬੀ ਦੇਅਰ। ਜੇ ਤਾਂ ਤੁਹਾਡਾ ਹੋ ਜਾਏ ਦਿਮਾਗ ਖਰਾਬ, ਬੜੀ ਓਨੈਸਟ ਜੀ ਗੱਲ ਹੈ, ਜੇ ਤੁਹਾਡਾ ਹੋ ਜਾਏ ਦਿਮਾਗ ਖਰਾਬ ਤੇ ਫਿਰ ਤੁਹਾਨੂੰ ਕੋਈ ਜਿਤਾ ਨਹੀਂ ਸਕਦਾ। ਤੇ ਜੇ ਤੁਸੀਂ ਗਰਾਊਂਡ ਤੇ ਖੜ ਕੇ irrespective of caste, color, religion, base, gender, irrespective of that, ਫੇਰ ਗੱਲ ਕਰੋਗੇ, ਕਮਿਊਨਿਟੀ ਵਾਸਤੇ ਕੰਮ ਕਰੋਗੇ, ਦਿਖਾਓਗੇ, ਪ੍ਰੂਵ ਕਰੋਗੇ ਕਿ ਹਾਂ ਇਹ ਕੰਮ ਹੋਣ ਵਾਲੇ ਸੀ, ਸਾਨੂੰ ਕਰਨੇ ਚਾਹੀਦੇ ਸੀ, ਸਾਨੂੰ ਕਰਨੇ ਪੈਣੇ ਨੇ, ਅਸੀਂ ਕੀਤੇ ਨੇ, ਤੇ ਫਿਰ ਤੁਹਾਨੂੰ ਕੋਈ ਹਰਾ ਨਹੀਂ ਸਕਦਾ। ਸਾਡਾ ਜਿਹੜਾ ਮੋਟੋ ਹੈ, ਜਿਹੜੇ ਅਸੀਂ ਏਜੰਡੇ ਨੂੰ ਲੈ ਕੇ ਚੱਲ ਰਹੇ ਹਾਂ, ਉਹ ਹੈ ਕਿ ਐਮਪਾਵਰਿੰਗ ਕਮਿਊਨਿਟੀਜ਼, ਮੇਕਿੰਗ ਅਮਰੀਕਨ ਡ੍ਰੀਮ ਪੋਸੀਬਲ ਬਾਏ ਐਮਪਾਵਰਿੰਗ ਕਮਿਊਨਿਟੀਜ਼ ਥਰੂ ਐਜੂਕੇਸ਼ਨ ਐਂਡ ਅਵੇਅਰਨੈਸ। ਤੁਸੀਂ ਕਿਸੇ ਨੂੰ ਵੀ ਲੜਾਉਣਾ ਹੋਵੇ ਨਾ, ਕਿੰਨਾ ਹੀ ਪੜ੍ਹਿਆ ਲਿਖਿਆ ਬੰਦਾ ਹੋਵੇ, ਰਾਜਨੀਤੀ ਦੇ ਵਿੱਚ ਨਾ ਰਿਲੀਜਨ ਦਾ ਬੀਜ ਬੀਜਦੇ ਹੋ ਤੇ ਬਹੁਤੇ ਚਾਂਸਿਸ ਨੇ ਕਿ ਉਹ ਖਰਾਬ ਹੋ ਜਾਊਗਾ, ਬਹੁਤੇ ਚਾਂਸਿਸ ਨੇ ਕਿ ਉਹ ਰਾਜਨੀਤੀ ਗੰਦੀ ਰਾਜਨੀਤੀ ਹੋ ਜਾਊਗੀ। ਸਾਨੂੰ ਇਹ ਨਹੀਂ ਕਰਨਾ ਚਾਹੀਦਾ। ਇਹੀ ਕੁਛ ਤਾਂ ਅਸੀਂ ਉੱਥੇ ਛੱਡ ਕੇ ਆਏ ਸੀ ਬੈਕ ਹੋਮ। ਵੈਸੇ ਤਾਂ ਤੁਸੀਂ ਕਾਫੀ ਕੁਝ ਕਲੀਅਰ ਕਰ ਦਿੱਤਾ ਆ। ਇੱਕ ਗੋਲ ਹੁੰਦਾ ਆ, ਮੇਰੀ ਲਾਈਫ ਦਾ ਗੋਲ ਆ। ਫਿਰ ਜਦੋਂ ਗੋਲ ਹੈ ਜੀ ਐਮਪਾਵਰਮੈਂਟ, ਚਾਹੇ ਉਹ ਵੂਮਨ ਐਮਪਾਵਰਮੈਂਟ ਦੀ ਗੱਲ ਹੋਵੇ, ਚਾਹੇ ਉਹ ਕਮਿਊਨਿਟੀਜ਼ ਐਮਪਾਵਰਮੈਂਟ ਦੀ ਗੱਲ ਹੋਵੇ, ਚਾਹੇ ਪੋਲੀਟੀਕਲ ਐਮਪਾਵਰਮੈਂਟ ਦੀ ਗੱਲ ਹੋਵੇ। ਸੰਸਥਾ ਬਣਾਈ ਹੋਈ ਸੀ ਐਮਪਾਵਰਮੈਂਟ, ਸਾਊਥ ਏਸ਼ੀਅਨਸ ਫॉर ਐਮਪਾਵਰਮੈਂਟ, ਲੋਕ ਉਹਨੂੰ ਸੇਫ ਦੇ ਇੰਗਲਿਸ਼ ਸਿਖਾਉਂਦੇ ਹੁੰਦੇ ਸੀਗੇ। ਹਾਂਜੀ, ਲੋਕ ਉਹਨੂੰ ਸੇਫ ਦੇ ਨਾਮ ਨਾਲ ਜਾਣਦੇ ਸੀ। ਦੂਸਰਾ, ਮੈਂ ਇੰਜੀਨੀਅਰਿੰਗ ਬੈਕਗਰਾਊਂਡ ਤੋਂ ਆਉਣਾ, ਪਹਿਲਾਂ ਵੀ ਤੁਹਾਡੇ ਨਾਲ ਸ਼ੇਅਰ ਕੀਤਾ ਹੈ, ਟੈਕਨੀਕਲ ਐਜੂਕੇਸ਼ਨ ਫॉर ਕਿਡਸ ਬਹੁਤ ਜ਼ਰੂਰੀ ਹੈ। ਸਾਡੇ ਬੱਚਿਆਂ ਨੂੰ ਨਾ ਵੈਲ ਟ੍ਰੇਨਡ ਕਰਨਾ, ਉਹਨਾਂ ਨੂੰ ਸਕਿਲਡ ਵਰਕਰ ਬਣਾਉਣਾ, ਠੀਕ ਹੈ, ਉਹਨਾਂ ਦੇ ਹੱਥ 'ਚ ਸਕਿੱਲ ਹੋਣੀ ਚਾਹੀਦੀ ਹੈ ਵੈਨ ਦੇ ਗ੍ਰੈਜੂਏਟ ਫਰਮ ਹਾਈ ਸਕੂਲ। ਦਰਸ਼ਕਾਂ ਅੱਗੇ ਇਹ ਬੇਨਤੀ ਹੈ, ਰਜੋਈ ਹੈ, ਹੱਥ ਬੰਨ੍ਹ ਕੇ ਇੱਕ ਰਿਕੁਐਸਟ ਕਰਨ ਲੱਗਿਆ ਤੁਹਾਡੇ ਸਾਰਿਆਂ ਅੱਗੇ, ਠੀਕ ਹੈ, ਮੈਂ ਤੁਹਾਡੇ ਰੂਬਰੂ ਹਾਂ, ਮੈਂ ਵੋਟਾਂ ਮੰਗ ਰਿਹਾ ਤੁਹਾਡੇ ਤੋਂ ਤਾਂ ਕਿ ਆਪਾਂ ਪਬਲਿਕ ਆਫਿਸ 'ਚ ਜਾ ਸਕੀਏ, ਪਰ ਪਲੀਜ਼ ਮੈਨੂੰ ਵੋਟ ਪਾਇਓ। ਰਸ਼ੀਆ ਦਾ ਰਾਈਟਰ ਰਸੂਲ ਹਮਜ਼ਾਤੋਵ ਕਹਿੰਦਾ ਕਿ ਜੇ ਮੈਨੂੰ ਵਧੀਆ ਟੋਪੀ ਵਾਲੇ ਲੀਡਰ ਦੀ ਤਲਾਸ਼ ਹੁੰਦੀ ਤਾਂ ਮੈਂ ਕਿਸੇ ਕੋਲ ਵੀ ਚਲੇ ਜਾਂਦਾ, ਪਰ ਮੈਨੂੰ ਤੇ ਤਲਾਸ਼ ਸੀ ਵਧੀਆ ਸਿਰ ਵਾਲੇ ਲੀਡਰ ਦੀ। ਤੇ ਇਸੇ ਤਲਾਸ਼ ਵਿੱਚ ਮੈਂ ਵੀ ਅੱਜ ਬੈਲਰੋਜ਼ ਦੇ ਵਿੱਚ ਆਇਆ। ਤੇ ਸੰਜੀਵ ਜਿੰਦਲ ਜੀ ਕਿਸੇ ਵੀ ਜਾਣ ਪਹਿਚਾਣ ਦੇ ਮੁਹਤਾਜ ਨਹੀਂ। ਮੈਂ ਤਕਰੀਬਨ 12 ਸਾਲ ਪਹਿਲਾਂ ਤਾਂ ਮੈਂ ਆਪਣਾ ਤਾਰਫ ਕਰਾ ਦਿਆਂ, ਬਲਵੰਤ ਹੋਠੀ, ਤੇ ਸ਼ੁਰੂਆਤ ਕਰਨ ਲੱਗਾ ਇੰਟਰਵਿਊ। ਉਮੀਦ ਹੈ ਤੁਸੀਂ ਪਸੰਦ ਕਰੋਗੇ, ਕਿਉਂਕਿ ਮੇਰਾ ਇਹ ਪ੍ਰੋਫੈਸ਼ਨ ਨਹੀਂ ਆ, ਪਰ ਜਿੰਦਲ ਜੀ ਦੇ ਨਾਲ ਮੈਂ ਬਹੁਤ ਦਿਲ ਕਰਦਾ ਸੀ ਗੱਲਬਾਤ ਕਰਨ ਨੂੰ, ਤੇ ਅੱਜ ਇਹਨਾਂ ਤੋਂ ਟਾਈਮ ਮਿਲਿਆ। ਕਿਉਂਕਿ 12-13 ਸਾਲ ਪਹਿਲਾਂ ਇਹਨਾਂ ਨੂੰ ਮੈਂ ਇੱਕ ਕੈਂਪ ਦੇ ਵਿੱਚ, ਮੈਡੀਕਲ ਕੈਂਪ ਇਹਨਾਂ ਨੇ ਲਗਾਇਆ ਸੀ। ਉਦੋਂ ਆਪਣੇ ਲੋਕਾਂ ਨੂੰ ਮੁਸ਼ਕਲ ਆਉਂਦੀ ਸੀਗੀ ਮੈਡੀਕਲ ਸੇਵਾਵਾਂ ਦੀ, ਤੇ ਉਹਦੀ ਕਵਰੇਜ ਦੇ ਉੱਤੇ ਹੀ ਗਿਆ ਸੀ। ਤੇ ਉਸ ਤੋਂ ਬਾਅਦ ਹਰ ਸਾਲ ਹੀ ਇਹਨਾਂ ਨਾਲ ਮੁਲਾਕਾਤ, 8-10 ਇਵੈਂਟ, ਜਿਹਦੇ ਵਿੱਚ ਕਦੀ ਇਹ ਕਿਸੇ ਲੀਡਰ ਦੀ ਹੈਲਪ ਕਰ ਰਹੇ ਆ, ਕਦੀ ਕਮਿਊਨਿਟੀ ਦੀ ਕਰ ਰਹੇ, ਕਦੀ ਗੁਰਦੁਆਰਿਆਂ ਦੇ ਵਿੱਚ, ਕਦੀ ਮੰਦਰਾਂ ਦੇ ਵਿੱਚ, ਤੇ ਕਦੀ ਮਸਜਿਦਾਂ ਦੇ ਵਿੱਚ। ਇਹਨਾਂ ਦੇ ਦਫ਼ਤਰ ਦੇ ਵਿੱਚ ਵੀ ਜਾਈਏ ਤੇ 10-12 ਲੋਕ ਐਸੇ ਬੈਠੇ ਹੁੰਦੇ ਜਿਨ੍ਹਾਂ ਦੀ ਜ਼ਰੂਰਤ ਚਾਹੇ ਉਹ ਕੋਈ ਸਰਕਾਰੀ ਜਾਂ ਗੈਰ ਸਰਕਾਰੀ ਜਾਂ ਇਮੀਗ੍ਰੇਸ਼ਨ ਦੀ ਹੋਵੇ ਮਦਦ ਕਰ ਰਹੇ ਹੁੰਦੇ। ਗੱਲ ਕਿ ਇਹਨਾਂ ਨੂੰ ਐਜ਼ ਏ ਲੀਡਰ ਲੋਕਾਂ ਨੇ ਆਲਰੇਡੀ ਕਬੂਲ ਕਰ ਲਿਆ। ਤੇ ਮੇਰਾ ਸਵਾਲ ਪਹਿਲਾਂ, ਜਿੰਦਲ ਜੀ, ਤੁਸੀਂ ਆਲਰੇਡੀ ਸੇਵਾ ਕਰ ਰਹੇ ਸੀ, ਰਾਜਨੀਤੀ 'ਚ ਆਉਣ ਦਾ ਕੀ ਕਾਰਨ? ਸੇਵਾ ਤੇ ਕਰ ਹੀ ਰਹੇ ਸੀ। ਮੈਂ ਆਉਣਾ ਵੀ ਨਹੀਂ ਚਾਹੁੰਦਾ ਸੀਗਾ, ਇਸ 'ਚ ਕੋਈ ਸ਼ੱਕ ਵੀ ਨਹੀਂ, ਵੈਰੀ ਓਨੈਸਟ। ਸਭ ਤੋਂ ਪਹਿਲਾਂ ਤਾਂ ਸਾਰੇ ਦੇਖ ਰਹੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ, ਸਲਾਮ ਅਲੈਕੁਮ। ਮੈਂ ਆਉਣਾ ਵੀ ਨਹੀਂ ਚਾਹੁੰਦਾ ਸੀ, ਇਹ ਮੇਰਾ ਫੀਲਡ ਵੀ ਨਹੀਂ। ਇੱਕ ਇੰਜੀਨੀਅਰਿੰਗ ਬੈਕਗਰਾਊਂਡ ਤੋਂ ਮੈਂ ਜਦੋਂ ਅਮਰੀਕਾ 'ਚ ਆਇਆ
ਤੇ ਮੈਨੂੰ ਲੱਗਿਆ ਕਿ ਇੱਥੇ ਨਾ ਐਮਪਾਵਰਮੈਂਟ ਦੀ ਮੈਨੂੰ ਬੜੀ ਇਸ਼ੂਜ਼ ਆਏ ਉਹਨਾਂ ਦਿਨਾਂ 'ਚ। ਇੰਟਰਨੈਟ ਵੀ ਇੰਨਾ ਜ਼ਿਆਦਾ ਨਹੀਂ ਸੀ, ਫੋਨ ਸਰਵਿਸਿਜ਼ ਵੀ ਮਤਲਬ ਜਿਹੜਾ ਸੈੱਲ ਫੋਨ ਹੈ ਉਹ ਵੀ ਇੰਨਾ ਜ਼ਿਆਦਾ ਨਹੀਂ ਸੀ। ਬੜੀ ਨਾ ਲੈਕ ਆਫ empowerment, something is missing, the link is missing between communities and the government officials। ਪਰ ਕੋਈ ਗੱਲ ਨਹੀਂ, ਜਿੱਦਾਂ ਦੀ ਵੀ ਜ਼ਿੰਦਗੀ ਚੱਲੀ ਜਾਂ ਦਾਤੇ ਨੇ ਬਖਸ਼ੀ, ਕੋਈ ਰਿਗਰੈਟ ਨਹੀਂ ਰਿਹਾ। ਆਪਾਂ ਨੇ ਮਿਹਨਤ ਕੀਤੀ, ਦੋਸਤਾਂ ਭਰਾਵਾਂ ਨੇ ਸਾਥ ਦਿੱਤਾ ਤੇ ਸਾਰਾ ਕੁਝ ਕਰਕੇ ਦੇਖਿਆ ਜੋ ਇੱਕ ਕਾਮਨ ਮੈਨ ਕਰਦਾ ਹੈ, ਤੇ ਅਮਰੀਕਨ ਡ੍ਰੀਮ ਤੱਕ ਪਹੁੰਚੇ। ਜਿੱਦਾਂ ਤੁਸੀਂ ਸਾਰੇ ਜਾਣਦੇ ਹੋ 2014 ਤੋਂ ਬਾਅਦ ਕੀ ਹੋਇਆ ਬਲਵੰਤ ਸਾਹਿਬ, ਕਿ ਜਦੋਂ ਮੈਂ ਨਾ ਪੋਲੀਟੀਕਲ, ਤੁਸੀਂ ਕਿਹਾ ਪੋਲੀਟੀਕਲ ਲੋਕਾਂ ਦੀ ਬੈਕ ਐਂਡ 'ਤੇ ਉਹਨਾਂ ਦੀ ਕੈਂਪੇਨ 'ਚ ਐਜ਼ ਏ ਵਲੰਟੀਅਰ ਕਰਦਾ ਸੀ। ਅਤੇ ਵਲੰਟੀਅਰ ਕਰਦੇ ਹੋਏ ਨਾ ਮੈਂ ਕਾफ़ੀ ਚੀਜ਼ਾਂ ਨੋਟ ਕਰਦਾ ਸੀ ਕਿ ਜਿਹੜੀਆਂ ਪੋਲਿਸੀ ਮੇਕਿੰਗਸ ਨੇ ਉਹ ਸਾਡੇ ਵਾਸਤੇ ਤਾਂ ਹੋ ਰਹੀਆਂ ਨੇ, ਪਰ ਸਾਡੀ ਇਨਵੋਲਵਮੈਂਟ ਨਹੀਂ। ਜਿੱਦਾਂ ਹੁਣ ਇੰਡੀਆ 'ਚ ਹੋਇਆ, ਫਾਰਮਰਸ ਵਾਸਤੇ ਪਾਲਿਸੀਆਂ ਬਣੀਆਂ ਪਰ ਉਹਨਾਂ ਦੀ ਇਨਵੋਲਵਮੈਂਟ ਹੀ ਨਹੀਂ, ਅਤੇ ਜਿਨ੍ਹਾਂ ਨੇ ਬਣਾਈਆਂ ਉਹਨਾਂ ਨੂੰ ਪਤਾ ਨਹੀਂ ਸੀ। ਅਤੇ ਹੋਣਾ ਕੀ ਸੀ, ਡਿਜ਼ਾਸਟਰ ਹੀ ਹੋਣਾ ਸੀ। ਅਤੇ ਉਦੋਂ ਦਾ ਹੀ ਡਿਜ਼ਾਸਟਰ ਮੈਨੂੰ ਦਿਖਾਈ ਦੇ ਰਿਹਾ ਸੀ ਇੱਥੇ। ਅਸੀਂ 1/3 ਪਾਪੂਲੇਸ਼ਨ ਹਾਂ, ਜੇ ਅਸੀਂ ਕੁਈਨਜ਼ ਦੀ ਗੱਲ ਕਰੀਏ, ਸਾਊਥ ਏਸ਼ੀਅਨ ਕਮਿਊਨਿਟੀ 1/3, ਇਟਸ ਨਾਟ ਏ ਸਮਾਲ ਨੰਬਰ। ਪਰ ਸਾਡੀ ਰਿਪਰਜੈਂਟੇਸ਼ਨ ਜ਼ੀਰੋ, ਐਬਸੋਲਿਊਟ ਜ਼ੀਰੋ ਜਿਹਨੂੰ ਕਹਿੰਦੇ ਆ। ਮਲਟੀਪਲ ਰੀਜ਼ਨਸ ਹੋ ਸਕਦੇ ਨੇ, ਲੈਕ ਆਫ ਐਮਪਾਵਰਮੈਂਟ ਹੋ ਸਕਦੀ ਹੈ, ਨੈਵਰ ਥੋਟ ਅਬਾਊਟ ਹੋ ਸਕਦਾ। ਅਤੇ ਉਹਨਾਂ ਨਾਲ ਕੰਮ ਕਰਦੇ ਕਰਦੇ ਨਾ ਮੈਨੂੰ ਲੱਗਿਆ ਕਿ ਸਾਡੀ ਕਮਿਊਨਿਟੀ ਦੀ ਨਾ ਪੋਲੀਟੀਕਲ ਸਿਸਟਮ 'ਚ ਵੀ ਇਨਵੋਲਵਮੈਂਟ ਹੋਣੀ ਚਾਹੀਦੀ ਹੈ, ਕਿਉਂਕਿ ਜਿਹੜੀਆਂ ਪੋਲਿਸੀਜ਼ ਡਰਾਫਟ ਹੋਣੀਆਂ ਨੇ, ਸਿਟੀ ਹਾਲਸ 'ਚ ਹੋਣੀਆਂ ਨੇ, ਚਾਹੇ ਨਿਊਯਾਰਕ ਸਟੇਟ 'ਚ ਹੋਣੀਆਂ ਨੇ ਜਾਂ ਸੈਨੇਟ 'ਚ ਹੋਣੀਆਂ ਨੇ, ਸਾਡੇ ਵਾਸਤੇ ਡਰਾਫਟ ਹੋਣੀਆਂ ਨੇ, ਅਤੇ ਵਾਈ ਨਾਟ ਆਵਰ ਇਨਵੋਲਵਮੈਂਟ ਸ਼ੁੱਡ ਬੀ ਦੇਅਰ। ਸੋ ਆਈ ਆਸਕ so many people to run for the office. Trust me, I ask so many people that please run for the office. I am going to volunteer with you. I can support you on the back end. Eventually ਕੀ ਹੋਇਆ, ਪੈਂਡੈਮਿਕ ਹਿੱਟ ਹੋਇਆ ਲਾਸਟ ਈਅਰ। ਕੋਈ ਪਲੈਨਿੰਗ ਨਹੀਂ, ਐਬਸੋਲੂਟਲੀ ਕੋਈ ਪਲੈਨਿੰਗ ਨਹੀਂ। ਤੁਸੀਂ ਕਦੇ ਮੇਰੇ ਮੂੰਹ ਤੋਂ ਨਹੀਂ ਸੁਣਿਆ ਹੋਣਾ ਕਿ ਮੈਂ ਐਕਟਿਵ ਰਾਜਨੀਤੀ 'ਚ ਆਉਣਾ ਹੈ। ਪੈਂਡੈਮਿਕ ਹਿੱਟ ਹੋਇਆ ਅਤੇ ਮੇਨ ਸਟਰੀਟ ਅਮਰੀਕਾ ਹਰਟ ਹੋਇਆ ਬਹੁਤ ਬੁਰੀ ਤਰੀਕੇ ਨਾਲ। ਜਦੋਂ ਮੇਨ ਸਟਰੀਟ ਅਮਰੀਕਾ ਹਰਟ ਹੋਇਆ, ਸਾਰਾ ਸਭ ਕੁਝ ਕਲੋਜ਼ ਡਾਊਨ ਹੋ ਗਿਆ। ਈਵਨ ਐਵਰੀਵਨ, ਈਵਨ ਮੀ ਇਨਕਲੂਡਿੰਗ ਮੀ, ਵੀ ਆਰ ਸਿਟਿੰਗ ਇਨਸਾਈਡ ਡੂਇੰਗ ਨਥਿੰਗ, ਕਲੋਜ਼ ਟੂ ਨਥਿੰਗ, ਰਾਈਟ। ਉਹਦੇ ਨਾਲ ਦਿਨ ਪਰ ਦਿਨ ਇਹ ਹੋਣਾ, ਮੈਨੂੰ ਪੇਨ ਹੋਣੀ ਸ਼ੁਰੂ ਹੋਈ ਯਾਰ, ਵੀ ਕਮਿਊਨਿਟੀ ਸਫਰ ਕਰਨੀਆਂ ਸ਼ੁਰੂ ਹੋ ਗਈਆਂ ਨੇ। ਅਗੇਨ ਆਈ ਸਟਾਰਟ ਆਸਕਿੰਗ ਫਿਊ ਪੀਪਲ, ਯਾਰ ਪਲੀਜ਼ ਰਨ ਕਰ ਲਓ, ਆਪਾਂ ਕੁਝ ਕਰੀਏ ਆਪਣੀਆਂ ਕਮਿਊਨਿਟੀਜ਼ ਵਾਸਤੇ। ਉਹ ਨਿਊਟਨ ਦਾ ਇੱਕ 3rd ਲਾ ਯਾਦ ਆ ਗਿਆ ਮੈਨੂੰ ਅੱਜ ਪਹਿਲੀ ਵਾਰੀ। ਬੜੀਆਂ ਇੰਟਰਵਿਊਜ਼ ਹੋਈਆਂ, ਪਹਿਲੀ ਵਾਰੀ ਤੁਹਾਡੇ ਨਾਲ ਡਿਸਕਸ ਕਰ ਰਹੇ ਹਾਂ, ਪਤਾ ਨਹੀਂ ਕਿਉਂ, ਆਈ ਡੋਂਟ ਨੋ। ਨਿਊਟਨ ਕਹਿੰਦਾ ਕਿ ਵਨਸ ਯੂ 3rd ਲਾ ਹੈ ਕਿ ਇਕੁਅਲ ਐਂਡ ਅਪੋਜ਼ਿਟ ਰਿਐਕਸ਼ਨਸ, ਰਾਈਟ। ਅਤੇ ਜਦੋਂ ਮੈਂ ਲੋਕਾਂ ਨੂੰ ਪੁੱਛਿਆ ਕਿ ਯਾਰ ਤੁਸੀਂ ਰਨ ਕਰ ਲਓ, ਅਤੇ ਲੋਕਾਂ ਨੇ ਨਾ ਉਹ ਰਿਐਕਸ਼ਨ ਵਾਪਸ ਮੈਨੂੰ ਮਾਰਿਆ ਕਿ ਯਾਰ ਵਾਈ ਨਾਟ ਯੂ ਰਨ। ਤੁਹਾਨੂੰ ਸ਼ਾਇਦ ਯਾਦ ਨਹੀਂ, ਮੈਂ ਤਾਂ 8-10 ਸਾਲ ਤੋਂ ਟਰਾਈ ਕਰ ਰਿਹਾ ਸੀ, ਤੁਹਾਨੂੰ ਹਮੇਸ਼ਾ ਕਹਿੰਦਾ ਹੁੰਦਾ ਸੀ ਕਿ ਤੁਹਾਡੇ 'ਚ ਬਹੁਤ ਵਧੀਆ ਗੁਣ ਆ ਲੀਡਰਾਂ ਵਾਲੇ, ਤੁਸੀਂ ਲੋਕਾਂ ਦਾ ਦਰਦ ਸਮਝਦੇ ਆ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਵੀ ਤੁਹਾਡੇ ਵਿੱਚ ਕੁੱਟ-ਕੁੱਟ ਕੇ ਭਰੀ ਆ। ਪਤਾ ਨਹੀਂ ਤੁਹਾਨੂੰ ਯਾਦ ਆ ਕਿ ਨਹੀਂ ਯਾਦ ਆ? ਹਾਂਜੀ ਹਾਂਜੀ, ਨਾਰਾ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ। ਹਾਂਜੀ, ਅਤੇ ਚਲੋ ਆਪਣੀ ਪਹਿਲਾਂ ਗੱਲ ਪੂਰੀ ਕਰੋ। ਅਤੇ ਉਸ ਤੋਂ ਬਾਅਦ ਕੀ ਹੋਇਆ ਕਿ ਇਹ ਕਨਵਰਸੇਸ਼ਨ ਨਾ 15-18 ਦਿਨ 20 ਦਿਨ ਚੱਲਦੀ ਰਹੀ। ਮਤਲਬ ਮੈਨੂੰ ਬਾਰ-ਬਾਰ ਪੁੱਛਦੇ ਰਹੇ, ਮੈਂ ਨਾ ਕਹਿੰਦਾ ਰਿਹਾ। ਫਿਰ ਇਸ ਡਿਊਰੇਸ਼ਨ ਦੇ ਵਿੱਚ ਮੈंने ਫੈਮਿਲੀ ਨਾਲ ਵੀ ਮੈंने ਡਿਸਕਸ਼ਨ ਸ਼ੁਰੂ ਕਰ ਲਈਆਂ। ਮੈਂ ਕਿਹਾ ਯਾਰ ਵੀ ਕਿੱਦਾਂ ਕੀਤਾ ਜਾਵੇ, ਸਾਰੇ ਜਣੇ ਕਹਿ ਰਹੇ ਨੇ ਕਿ ਆਪਾਂ ਨੂੰ ਕਰਨਾ ਚਾਹੀਦਾ ਜਾਂ ਨਹੀਂ। ਫਿਰ ਮੈਨੂੰ ਯਾਦ ਹੈ ਮੈਂ ਕੁਝ ਲੀਡਰ ਸਾਹਿਬਾਨ ਨੂੰ ਮਿਲਿਆ। ਜਦੋਂ ਮੈਂ ਲੀਡਰ ਸਾਹਿਬਾਨ ਨੂੰ ਮਿਲਿਆ ਅਤੇ ਉਹਨਾਂ ਨੇ ਮੈਨੂੰ ਇੱਕ ਗੱਲ ਕਹੀ, ਕਹਿੰਦੇ ਯਾਰ ਜਿਹੜੇ ਪਹਿਲਾਂ ਇਲੈਕਸ਼ਨ ਲੜ ਚੁੱਕੇ ਲੋਕ ਨੇ ਨਾ, ਲੈਟਸ ਗੋ ਐਂਡ ਆਸਕ ਦੈਮ। ਅਤੇ ਮੈਨੂੰ ਬਹੁਤ ਵਧੀਆ ਗੱਲ ਲੱਗੀ ਵੀ ਰਾਦਰ ਦੈਨ ਨਵੇਂ ਬੰਦੇ, ਨਵੇਂ ਪਲੇਅਰ ਮਾਰਕੀਟ 'ਚ ਆਉਣਗੇ ਇਸ ਫੀਲਡ ਦੇ ਵਿੱਚ ਰਾਜਨੀਤੀ ਦੇ, ਮੈਂ ਉਹਨਾਂ ਨੂੰ ਜਾ ਕੇ ਪੁੱਛਦਾ। ਕੋਈ ਮਤਲਬ ਮੈਂ ਬੜਾ ਟਰਾਂਸਪੇਰੈਂਟ ਆਦਮੀ ਹਾਂ ਜੀ, ਮੈਂ ਪੋਲੀਟੀਸ਼ੀਅਨ ਨਹੀਂ। ਮੈਂ ਸਵਰਨਜੀਤ ਜੀ ਸਾਡੇ ਇੱਥੋਂ ਬੈਲਰੂਸ ਤੋਂ ਹੀ ਇਲੈਕਸ਼ਨ ਲੜੇ ਸੀ 2009 ਦੇ ਵਿੱਚ। ਮੈਂ ਉਹਨਾਂ ਕੋਲ ਗਿਆ, ਉਹਨਾਂ ਨੂੰ ਤਕਰੀਬਨ 1700 ਕੁਛ ਵੋਟਾਂ ਪਈਆਂ ਸੀ। ਮੈਨੂੰ ਕਹਿੰਦੇ ਸੰਜੀਵ ਤੂੰ ਰਨ ਕਰ। ਮੈਂ ਨਹੀਂ ਰਨ ਕਰਨਾ, ਆਈ ਐਮ ਅਪ। ਮੈਂ ਕਿਹਾ ਜੀ ਠੀਕ ਹੈ। ਅਤੇ ਫਿਰ ਮੈਂ ਸਤਨਾਮ ਸਿੰਘ ਪ੍ਰਹਾਰ ਜੀ ਕੋਲ ਵੀ ਗਿਆ ਅਤੇ ਮੈਂ ਉਹਨਾਂ ਨੂੰ ਫ਼ੋਨ ਕੀਤਾ ਅਤੇ ਉਹ 123rd ਸਟਰੀਟ 'ਤੇ ਬੈਠੇ ਸੀ। ਮੈਨੂੰ ਕਹਿੰਦੇ ਯਾਰ ਮੇਰਾ ਕੋਈ ਮੂਡ ਨਹੀਂ ਰਨ ਕਰਨ ਦਾ। ਅਤੇ ਮੈਂ ਕਿਹਾ ਠੀਕ ਹੈ ਜੀ। ਫਿਰ ਮੈਂ ਵਾਪਸ ਕਮਿਊਨਿਟੀ ਕੋਲ ਆ ਕੇ ਕਿਹਾ, ਮੈਂ ਕਿਹਾ ਯਾਰ ਵੀ ਮੈਂ ਜਾ ਆਇਆ ਅਤੇ ਹੁਣ ਦੱਸੋ ਕੀ ਕਰਨਾ। ਅਤੇ ਕਹਿੰਦੇ ਤੂੰ ਰਨ ਕਰ।
ਮੈਂ ਫਿਰ ਫੈਮਿਲੀ ਨਾਲ ਡਿਸਕਸ ਕੀਤਾ। ਮੈਂ ਕਿਹਾ ਇਟਸ ਟੂ ਮਚ ਪ੍ਰੈਸ਼ਰ, ਟੂ ਮਚ ਬਰਡਨ ਔਨ ਮੀ। ਐਵਰੀਵਨ ਸੇਜ਼ ਕਿ ਬਾਹਰ ਰਹਿ ਕੇ ਫੀਲਡ ਨੂੰ ਦੇਖਣਾ ਇੱਕ ਡਿਫਰੈਂਟ ਗੱਲ ਹੁੰਦੀ ਹੈ ਸੰਜੀਵ, ਪਰ ਜਦੋਂ ਫੀਲਡ 'ਚ ਪਲੇ ਕਰਨਾ ਹੁੰਦਾ ਤਾਂ ਉਹ ਕਰਨਾ ਹੀ ਪੈਂਦਾ। ਅਤੇ ਫਿਰ ਮੈਂ ਦੇਖਿਆ, ਮੈਂ ਕਿਹਾ ਜੋ ਜਨਾ ਆਦੇਸ਼ ਹੈਗਾ ਅਤੇ ਮੈਨੂੰ ਫੋਲੋ ਕਰਨਾ ਪੈਣਾ। ਸੋ ਜੋ ਪ੍ਰਮਾਤਮਾ ਦੀ ਮਰਜ਼ੀ ਸੀ ਅਤੇ ਅਸੀਂ ਡਿਸੀਜ਼ਨ ਲਿਆ ਐਜ਼ ਏ ਹੋਲ ਕਮਿਊਨਿਟੀ ਨੇ ਕਿ ਚਲੋ ਠੀਕ ਹੈ। ਸੰਤ ਸਾਗਰ ਗੁਰੂ ਘਰ 222 ਦੇ ਮੇਰੇ ਦੋਸਤ ਮਿੱਤਰ ਜਿਹੜੇ 222 ਵਾਲੇ ਗੁਰੂ ਘਰ 'ਚ ਜਾਂਦੇ ਹੈ, ਪਾਲੋ ਆਲਟੋ ਰੋਡ 'ਤੇ ਗੁਰੂ ਘਰ ਹੈ, ਬਾਕੀ ਮੰਦਰ ਨੇ, ਮਸਜਿਦਾਂ ਨੇ, ਕਾਫੀ ਸਾਰੀ ਕਮਿਊਨਿਟੀ ਹੈ ਆਪਣੀ, ਹੈ ਨਾ। ਸਾਰਿਆਂ ਨਾਲ ਗੱਲ ਕਰਨ ਤੋਂ ਬਾਅਦ ਇਹ ਡਿਸੀਜ਼ਨ ਹੋਇਆ ਕਿ ਤੁਸੀਂ ਰਨ ਕਰੋ। ਅਤੇ ਜਦੋਂ ਜਨਾਦੇਸ਼ ਦੇ ਕੋਈ ਤਾਂ ਫਿਰ ਮੰਨਣਾ ਪੈਂਦਾ ਜੀ, ਜਵਾਬ ਨਹੀਂ ਦੇ ਸਕਦੇ ਤੁਸੀਂ। ਸੋ ਵੀ ਡਿਸਾਈਡਡ ਗੋ ਫੋਰ ਇਟ। ਸੋ ਇੱਥੋਂ ਇਹ ਜਰਨੀ ਸ਼ੁਰੂ ਹੋਈ ਸਰ। ਜੋ ਉਸ ਮਾਲਕ ਦੀ ਮਰਜ਼ੀ ਹੈ ਜੀ, ਦੇਖੋ ਉਹੀ ਹੋਣਾ, ਰਿਜ਼ਲਟ ਉਸ ਮਾਲਕ ਦੇ ਹੱਥ 'ਚ ਹੈ, ਸੇਵਾ ਕਿਹਨੂੰ ਮਿਲਣੀ ਹੈ ਉਸ ਮਾਲਕ ਦੇ ਹੱਥ 'ਚ ਹੈ, ਪਰ ਮਿਹਨਤ ਕਰਨਾ ਆਪਣਾ ਫਰਜ਼ ਹੈ, ਇਹ ਆਈ ਬਲੀਵ ਇਟ। ਅਤੇ ਜਿਹੜੀ ਆਪਣੀ ਕੈਂਪੇਨ ਵੀ ਹੈ ਨਾ ਜੀ, ਕਿਉਂਕਿ ਕਮਿੰਗ ਫਰੋਮ ਇੰਜੀਨੀਅਰਿੰਗ ਬੈਕਗਰਾਊਂਡ, ਮਾਈ ਮੋਮ ਇਜ਼ ਟੀਚਰ in back home and she retired as a principal. She taught me all the life ਕਿ ਜਿਹੜੀ ਨਾ ਐਜੂਕੇਸ਼ਨ ਹੈ ਇਟਸ ਏ ਪਾਵਰਫੁਲ ਵੈਪਨ। ਕਲਮ ਦੀ ਤਾਕਤ ਤਲਵਾਰ ਨਾਲੋਂ ਜ਼ਿਆਦਾ ਹੁੰਦੀ ਹੈ। ਅਤੇ ਇਹ ਗੱਲ ਅਸੀਂ ਛੋਟੇ ਹੁੰਦਿਆਂ ਨੂੰ ਸਮਝ ਨਹੀਂ ਆਉਂਦੀ ਸੀ। ਅਸੀਂ ਕਹਿੰਦੇ ਸੀ ਕਿੱਦਾਂ, ਪਰ ਜਦੋਂ ਅਸੀਂ ਇਹਨਾਂ ਕੰਟਰੀਜ਼ ਦੇ ਵਿੱਚ ਆਏ ਜਿਹੜੇ ਵੈਲ ਡਿਵੈਲਪਡ ਕੰਟਰੀਜ਼ ਨੇ, ਸਿਸਟਮੈਟਿਕ ਕੰਟਰੀਜ਼ ਨੇ, ਸਿਸਟਮ 'ਤੇ ਚੱਲਦੇ ਨੇ, ਤਾਂ ਸਾਨੂੰ ਸਮਝ ਲੱਗਿਆ ਕਿ ਹਾਂ ਵਾਕਈ ਤਲਵਾਰ ਦੀ ਜਿਹੜੀ ਤਾਕਤ ਆ ਉਹ ਕਲਮ ਦੇ ਅੱਗੇ ਕੁਝ ਵੀ ਨਹੀਂ। ਪਰ ਇਸ ਤਰੀਕੇ ਦੀ ਜਰਨੀ ਜਦੋਂ ਸ਼ੁਰੂ ਹੁੰਦੀ ਹੈ ਅਤੇ ਉਦੋਂ ਇਹ ਹੁੰਦਾ ਕਿ ਸਾਨੂੰ ਪੇਨ ਹੋਣੀ ਚਾਹੀਦੀ ਹੈ ਸਾਡੀ ਕਮਿਊਨਿਟੀ ਵਾਸਤੇ। ਸਾਡੀ ਕਮਿਊਨਿਟੀ ਦੇ ਕੀ ਇਸ਼ੂਜ਼ ਨੇ ਉਹਨਾਂ ਨੂੰ ਜਦੋਂ ਤੱਕ ਤੁਸੀਂ ਧਿਆਨ 'ਚ ਨਹੀਂ ਰੱਖੋਗੇ ਉਦੋਂ ਤੱਕ ਕੁਛ ਨਹੀਂ ਹੋ ਸਕਦਾ। ਠੀਕ ਹੈ, ਤੁਸੀਂ ਇੱਕ ਟਰਮ ਜਿੱਤ ਜਾਓਗੇ, ਫਿਰ ਕੀ ਹੋਊਗਾ? ਜੇ ਤੁਸੀਂ ਕਮਿਊਨਿਟੀ ਨਾਲ ਨਹੀਂ ਖੜੋਗੇ, ਕਮਿਊਨਿਟੀ ਦੇ ਵਾਸਤੇ ਕੰਮ ਨਹੀਂ ਕਰੋਗੇ, ਕੁਝ ਵੀ ਨਹੀਂ ਹੋਣਾ। ਅਤੇ ਮੈਨੂੰ ਇਹ ਲੱਗਦਾ ਹੈ ਬਲਵੰਤ ਸਾਹਿਬ ਕਿ ਜੋ ਮੇਰਾ ਐਮਪਾਵਰਮੈਂਟ ਦਾ ਮਿਸ਼ਨ ਹੈ ਉਹ ਜਿੱਤ ਗਿਆ। ਐਮਪਾਵਰਮੈਂਟ ਦਾ ਮਿਸ਼ਨ ਜਿੱਤ ਗਿਆ। ਉਹ ਕਿਵੇਂ? ਮੈਂ ਕੱਲ੍ਹ ਵੀ ਕਿਸੇ ਚੈਨਲ ਨਾਲ ਇੰਟਰਵਿਊ 'ਤੇ ਗੱਲ ਕਰ ਰਿਹਾ ਸੀ। ਮੈਂ ਕਿਹਾ ਮੈਂ ਕਦੇ ਵੀ ਆਫਿਸ ਨਹੀਂ ਜਾਣਾ ਚਾਹੁੰਦਾ ਸੀਗਾ, ਪਬਲਿਕ ਆਫਿਸ, ਪਰ ਚਲੋ ਹੁਣ ਮੈਂ ਰਨ ਕਰ ਰਿਹਾ। ਸੋ ਆਈ ਐਮ ਆਸਕਿੰਗ ਐਵਰੀਵਨ ਕਿ ਪਲੀਜ਼ ਵੋਟ ਫॉर ਮੀ। ਪਰ ਐਮਪਾਵਰਮੈਂਟ ਦੀ ਗੱਲ ਕਿਹੜੀ? ਐਮਪਾਵਰਮੈਂਟ ਦਾ ਮਤਲਬ ਇਹ ਕਿ ਜਦੋਂ ਪ੍ਰਾਇਮਰੀ ਇਲੈਕਸ਼ਨ ਆਉਂਦੀ ਸੀ ਸਾਡੇ, ਸਾਨੂੰ ਪਤਾ ਹੀ ਨਹੀਂ ਲੱਗਦਾ ਸੀ। ਸਾਨੂੰ ਇਹ ਵੀ ਨਹੀਂ ਪਤਾ ਲੱਗਦਾ ਸੀ ਇਹ ਵੀ ਪ੍ਰਾਇਮਰੀ ਹੈ ਅਤੇ ਕਿਸ ਚੀਜ਼ ਦੀ ਪ੍ਰਾਇਮਰੀ ਹੈ, ਅਤੇ ਕੌਣ ਕੈਂਡੀਡੇਟ ਨੇ ਅਤੇ ਕਿਸ ਪੋਜੀਸ਼ਨਸ ਲਈ ਖੜ੍ਹੇ ਨੇ। ਉਸ ਚੀਜ਼ ਨੂੰ ਲੈ ਕੇ ਆਪਾਂ ਕਾਮਯਾਬ ਹੋ ਗਏ ਹਾਂ। ਸਾਡੀ ਕਮਿਊਨਿਟੀ ਦੇ ਵਿੱਚ ਐਜ਼ ਏ ਹੋਲ ਐਮਪਾਵਰਮੈਂਟ ਆ ਗਈ ਹੈ। ਐਮਪਾਵਰਮੈਂਟ ਆਉਣ ਨਾਲ ਕੀ ਹੋਇਆ ਕਿ ਹੁਣ ਸਾਡੀ ਕਮਿਊਨਿਟੀ ਉੱਠ ਕੇ ਖਲੋ ਜੂਗੀ। ਅਸੀਂ 80% ਵੋਟਿੰਗ ਰੇਸ਼ੋ ਪਿੱਛੇ ਬੈਕ ਹੋਮ 'ਚ ਤੁਸੀਂ ਦੇਖੋਗੇ ਲਾਸਟ ਅਸੈਂਬਲੀ ਇਲੈਕਸ਼ਨਾਂ 'ਚ 80% ਵੋਟਿੰਗ ਰੇਸ਼ੋ ਸੀਗੀ ਬਾਏ ਪਾਪੂਲੇਸ਼ਨ। ਇੱਥੇ ਸਾਡੀ ਕਿੰਨੀ ਵੋਟਿੰਗ ਰੇਸ਼ੋ ਸੀ? 7%, 8%। ਮੈਂ ਹਮੇਸ਼ਾ ਇਹ ਗੱਲ ਕਹੀ ਸੀ ਜਦੋਂ ਬਿਲ ਡੇ ਬਲਾਜ਼ੀਓ ਸਾਹਿਬ ਵੀ ਮੇਅਰ ਬਣੇ ਸੀ ਕਿ ਸਾਡੀ ਕਮਿਊਨਿਟੀ 'ਚ ਜਿਹੜੀ ਐਮਪਾਵਰਮੈਂਟ ਦੀ ਕਮੀ ਹੈ, ਪੋਲੀਟੀਕਲੀ ਐਮਪਾਵਰਮੈਂਟ ਦੀ ਕਮੀ ਹੈ, ਉੱਠੋ। ਅਤੇ ਐਤਕੀ ਤੁਸੀਂ ਦੇਖਿਆ ਜੇ ਇਸ ਇਲੈਕਸ਼ਨ ਦੇ ਵਿੱਚ ਹਾਰ ਜਿੱਤ ਤਾਂ ਉਸ ਮਾਲਕ ਦੇ ਹੱਥ 'ਚ ਹੁੰਦੀ ਹੈ ਜੀ, ਕਰਮ ਸਾਨੇ ਕਰਨਾ ਹੁੰਦਾ ਹੈ। ਤੁਸੀਂ ਦੇਖੋਗੇ ਇਸ ਇਲੈਕਸ਼ਨ ਦੇ ਵਿੱਚ ਕਿ ਜਿਹੜੀ ਸਾਡੀ ਕਮਿਊਨਿਟੀ ਆ ਉਹ ਕਿਸ ਤਾਦਾਦ ਨਾਲ ਨਿਕਲ ਕੇ ਬਾਹਰ ਆ ਕੇ ਵੋਟਾਂ ਪਾਏਗੀ। ਬਿਲਕੁਲ, ਹਾਂਜੀ। ਲੋੜ ਆ ਇੱਕ ਹਲਾਕੂ ਦੀ। ਬਹੁਤ ਵਧੀਆ ਤਲਵਾਰਬਾਜ਼ ਸੀ, ਪਰ ਉਹਨੂੰ ਪਤਾ ਨਹੀਂ ਸੀ ਕਿ ਉਹ ਲੜਨਾ ਜਾਣਦਾ। ਅਤੇ ਵੈਸੇ ਵੀ ਰਸੂਲ ਹਮਜ਼ਾ ਤੋਬ ਕਹਿੰਦਾ ਆ ਕਿ ਚੁੱਲ੍ਹੇ ਕੋਲ ਬੈਠਾ ਅਤੇ ਤਲਵਾਰਬਾਜ਼ ਵੀ ਇੱਕ ਕੁੱਕ ਹੀ ਰਹਿ ਜਾਂਦਾ ਆ। ਅਤੇ ਜਦੋਂ ਨਾਅਰਾ ਦਿੱਤਾ ਅਤੇ ਉਦੋਂ ਨਿਕਲੇ ਅਤੇ ਲੜੇ, ਅਤੇ ਉਸ ਵੇਲੇ ਪੁੱਛਿਆ ਗਿਆ ਤੁਸੀਂ ਤਾਂ ਪਹਿਲਾਂ ਹੀ ਲੜ ਸਕਦੇ ਸੀ, ਜਿੱਤ ਸਕਦੇ ਸੀ। ਅਤੇ ਕਹਿੰਦੇ ਲੋੜ ਸੀ ਇੱਕ ਹਲਾਕੂ ਦੀ ਜਿਹੜਾ ਸਾਨੂੰ ਆਵਾਜ਼ ਮਾਰੇ। ਅਤੇ ਜਿੰਦਲ ਜੀ ਨੇ ਤੁਹਾਨੂੰ ਆਵਾਜ਼ ਮਾਰੀ ਆ, ਹੁਣ ਵੋਟ ਜ਼ਰੂਰ ਪਾਉਣੀ ਆ। ਅਤੇ ਜਿੰਦਲ ਸਾਹਿਬ, ਮੇਰਾ ਅਗਲਾ ਸਵਾਲ ਆ ਬਈ ਇੰਗਲੈਂਡ ਦੇ ਵਿੱਚ ਇੱਕ ਦੌਰ ਸੀ ਕਿ ਕਿਸੇ 'ਤੇ ਇਲਜ਼ਾਮ ਲਾ ਦਿੱਤਾ ਜਾਂਦਾ ਸੀ ਇਹ ਰੱਬ ਨੂੰ ਨਹੀਂ ਮੰਨਦਾ, ਕੱਢ ਦਿਓ ਦੇਸ਼ 'ਚੋਂ। ਅਮਰੀਕਾ ਦੇ ਵਿੱਚ ਕਿਸੇ ਜਨਾਨੀ 'ਤੇ ਇਲਜ਼ਾਮ ਲਾ ਦਿੱਤਾ ਇਹ ਚੜੇਲ ਆ ਅਤੇ ਇਹਨੂੰ ਫਾਹੇ ਦੇ ਦਿਓ। ਅੱਜ ਕੱਲ੍ਹ ਸਾਡੀ ਕਮਿਊਨਿਟੀ ਦੇ ਵਿੱਚ ਹੈ ਜੀ ਇਹ RSS ਦਾ ਬੰਦਾ ਆ ਇਲਜ਼ਾਮ। ਇਹ ਜਿਹੜੀ ਫਿਰਕੂ ਪ੍ਰਸਤੀ ਰਾਜਨੀਤੀ ਆ, ਹਾਲਾਂਕਿ ਟਰੰਪ ਨੇ ਵੀ ਖੇਡੀ ਆ, ਮੋਦੀ ਸਾਹਿਬ ਨੇ ਵੀ ਖੇਡੀ ਆ, ਕੋਈ ਇੰਨੀ ਸਾਰਥਕ ਨਹੀਂ। ਉਸ ਵੇਲੇ ਲੋਕਾਂ ਨੂੰ ਚੰਗੀ ਲੱਗਦੀ, ਪਰ ਬਾਅਦ ਵਿੱਚ ਲੋਕ ਜਾਣ ਲੈਂਦੇ ਆ ਕਿ ਸਾਨੂੰ ਕੰਮ ਚਾਹੀਦੇ ਆ, ਸਾਡੀਆਂ ਤਕਲੀਫਾਂ ਕੌਣ ਸੁਣਦਾ ਆ। ਤੁਸੀਂ ਇਹ ਫਿਰਕੂ ਪ੍ਰਸਤੀ ਦੀ ਰਾਜਨੀਤੀ ਬਾਰੇ ਕੀ ਕਹਿੰਦੇ ਹੋ? ਬਹੁਤ ਹੀ ਜ਼ਬਰਦਸਤ ਕੁਐਸਚਨ ਹੈ ਤੁਹਾਡਾ। ਇਸ ਨੂੰ ਡਿਨਾਈ ਨਹੀਂ ਕੀਤਾ ਜਾ ਸਕਦਾ। ਪਹਿਲੀ ਗੱਲ
ਬੜੀ ਅਜੀਬ ਜੀ ਸਟੇਟਮੈਂਟ ਦੇਣ ਲੱਗਿਆ ਕਿ ਡਿਨਾਈ ਨਹੀਂ ਕੀਤਾ ਜਾ ਸਕਦਾ, ਪਰ ਹਾਂ ਤੁਸੀਂ ਕਿੰਨੇ ਵੀ ਐਜੂਕੇਟਿਡ ਹੋਵੋ, ਤੁਸੀਂ ਇੰਜੀਨੀਅਰ, ਡਾਕਟਰ, PhD, ਜੋ ਮਰਜ਼ੀ ਹੋਵੋ ਤੁਸੀਂ, 1947 ਤੋਂ ਪਹਿਲਾਂ ਦੀ ਗੱਲ ਕਰਦੇ ਹਾਂ ਥੋੜ੍ਹੀ ਜੀ, ਅਸੀਂ ਉਦੋਂ ਇਕੱਠੇ ਰਹਿੰਦੇ ਸੀ, ਸਾਰੇ ਲੋਕ ਇਕੱਠੇ ਰਹਿੰਦੇ ਸੀ, ਕੋਈ ਪ੍ਰੋਬਲਮ ਨਹੀਂ ਸੀ, ਸਾਡੇ ਗੁਆਂਢ 'ਚ ਹਰ ਤਰ੍ਹਾਂ ਦਾ ਬੰਦਾ ਰਹਿੰਦਾ ਸੀ। ਤੁਸੀਂ ਨਿਊਯਾਰਕ ਸਿਟੀ 'ਚ ਦੇਖੋ, ਨਿਊਯਾਰਕ ਇਜ਼ ਅ ਮੈਲਟਿੰਗ ਪॉट, ਆਈ ਆਲਵੇਜ਼ ਸੇਜ਼ ਦੈਟ, different culture, different religion, different people, different communities, different countrymen lives together, different languages, different food. 160 ਦੇ ਕਰੀਬ ਬੋਲੀਆਂ ਹਾਂਜੀ, ਕੱਲੇ ਕੁਈਨ ਦੇ ਵਿੱਚ। this district itself, this district 23 district is a so much diverse district. ਬਿਲਕੁਲ। ਹੁਣ ਜਿਹੜੀ ਗੱਲ ਤੋਂ ਮੈਂ ਗੱਲ ਸ਼ੁਰੂ ਕੀਤੀ ਸੀ ਉੱਥੇ ਆਉਣਾ, ਇਹ ਤਾਂ ਹੋਇਆ ਜੀ ਡਾਈਵਰਸੀਫਾਈ, ਕਿੰਨਾ ਕੁ ਡਾਈਵਰਸੀਫਾਈਡ ਡਿਸਟ੍ਰਿਕਟ ਹੈ ਅਤੇ ਕਿੰਨੀ ਕੁ ਡਾਈਵਰਸੀਫਾਈ ਦੇ ਵਿੱਚ ਅਸੀਂ ਰਹਿ ਰਹੇ ਹਾਂ। ਹੁਣ ਜਿਹੜੀ ਇਹ ਫਿਰਕੂ ਪ੍ਰਸਤੀ ਰਾਜਨੀਤੀ ਹੈ, ਤੁਸੀਂ ਕਿਸੇ ਨੂੰ ਵੀ ਲੜਾਉਣਾ ਹੋਵੇ ਨਾ, ਕਿੰਨਾ ਹੀ ਪੜ੍ਹਿਆ ਲਿਖਿਆ ਬੰਦਾ ਹੋਵੇ, ਰਾਜਨੀਤੀ ਦੇ ਵਿੱਚ ਨਾ ਰਿਲੀਜਨ ਦਾ ਬੀਜ ਦਿਓ ਅਤੇ ਬਹੁਤੇ ਚਾਂਸਿਸ ਨੇ ਕਿ ਉਹ ਖਰਾਬ ਹੋ ਜਾਊਗਾ, ਬਹੁਤੇ ਚਾਂਸਿਸ ਨੇ ਕਿ ਉਹ ਰਾਜਨੀਤੀ ਗੰਦੀ ਰਾਜਨੀਤੀ ਹੋ ਜਾਊਗੀ। ਸਾਨੂੰ ਇਹ ਨਹੀਂ ਕਰਨਾ ਚਾਹੀਦਾ। ਇਹੀ ਕੁਛ ਤਾਂ ਅਸੀਂ ਉੱਥੇ ਛੱਡ ਕੇ ਆਏ ਸੀ ਬੈਕ ਹੋਮ। ਕਿਉਂਕਿ ਰਾਜਨੀਤੀ ਸਾਮ ਦਾਮ ਦੰਦ ਭੇਦ 'ਤੇ ਚੱਲਦੀ ਆ, ਉਹਦੇ ਵਿੱਚ ਇਹ ਸ਼ੁਰੂ ਤੋਂ ਹੀ ਆ। ਚਾਣਕ ਦੀਆਂ ਪਾਲਿਸੀਆਂ ਦੇਖ ਲਓ, ਪੰਚਤੰਤਰ ਦੀਆਂ ਦੇਖ ਲਓ, ਇਹ ਪਾਰਟ ਹੈ ਤੁਹਾਡੇ ਨਾਲ ਚੱਲਣਾ ਆ। ਤੁਸੀਂ ਇਹਨਾਂ ਨੂੰ ਕਿੱਦਾਂ ਨਜਿੱਠੋਗੇ ਅਤੇ ਲੋਕਾਂ ਨੂੰ ਕਿੱਦਾਂ ਵਿਸ਼ਵਾਸ ਦਿਵਾਓਗੇ ਕਿ ਮੈਂ ਤੁਹਾਡਾ ਬੰਦਾ ਹਾਂ? ਦੇਖੋ ਜੀ, ਮੈਂ ਇੱਕ ਗੱਲ ਹੋਰ ਬੜੀ ਅਜੀਬ ਜੀ ਤੁਹਾਡੇ ਨਾਲ ਸ਼ੇਅਰ ਕਰਦਾ ਕਿ ਜਦੋਂ ਤੁਸੀਂ ਪਬਲਿਕ ਸਰਵਿਸ ਦੇ ਵਿੱਚ ਹੁੰਦੇ ਹੋ ਨਾ, ਜੇ ਤਾਂ ਤੁਹਾਡਾ ਹੋ ਜਾਏ ਦਿਮਾਗ ਖਰਾਬ, ਬੜੀ ਓਨੈਸਟ ਜੀ ਗੱਲ ਹੈ, ਜੇ ਤੁਹਾਡਾ ਹੋ ਜਾਏ ਦਿਮਾਗ ਖਰਾਬ ਤਾਂ ਫਿਰ ਤੁਹਾਨੂੰ ਕੋਈ ਜਿਤਾ ਨਹੀਂ ਸਕਦਾ। ਅਤੇ ਜੇ ਤੁਸੀਂ ਗਰਾਊਂਡ 'ਤੇ ਖੜ੍ਹ ਕੇ ਇਰਰਿਸਪੈਕਟਿਵ ਆਫ ਕਾਸਟ, ਕਲਰ, ਰਿਲੀਜਨ, ਬੇਸ, ਜੈਂਡਰ, ਇਰਰਿਸਪੈਕਟਿਵ ਆਫ ਦੈਟ ਫੇਰ ਗੱਲ ਕਰੋਗੇ, ਕਮਿਊਨਿਟੀ ਵਾਸਤੇ ਕੰਮ ਕਰੋਗੇ, ਦਿਖਾਓਗੇ, ਪ੍ਰੂਵ ਕਰੋਗੇ ਕਿ ਹਾਂ ਇਹ ਕੰਮ ਹੋਣ ਵਾਲੇ ਸੀ, ਸਾਨੂੰ ਕਰਨੇ ਚਾਹੀਦੇ ਸੀ, ਸਾਨੂੰ ਕਰਨੇ ਪੈਣੇ ਨੇ, ਅਸੀਂ ਕੀਤੇ ਨੇ, ਅਤੇ ਫਿਰ ਤੁਹਾਨੂੰ ਕੋਈ ਹਰਾ ਨਹੀਂ ਸਕਦਾ। ਵੈਸੇ ਵੀ ਤੁਹਾਡਾ ਪਿੰਡ ਬਡਰੁੱਖਾਂ ਬਿਲਕੁਲ ਪੰਜਾਬ ਦੇ ਇੱਕ ਸਾਈਡ 'ਤੇ, ਬਚਨ ਬੇਦਲ ਮਸ਼ਹੂਰ ਰਾਈਟਰ, ਹਾਂਜੀ, ਉਹਨਾਂ ਦਾ ਪਿੰਡ ਆ ਤੁਹਾਡਾ। ਬਿਲਕੁਲ ਹੈਗਾ ਜੀ, ਬਿਲਕੁਲ ਹੈਗਾ। ਅਤੇ ਮੈਂ ਵੀ ਮਤਲਬ ਖੇਤਾਂ ਦੇ ਵਿੱਚ ਜੰਮੇ ਪਲੇ ਵੱਡੇ ਗਿਆਨ। ਬਿਲਕੁਲ ਠੀਕ ਹੈ ਜੀ, ਤੁਸੀਂ ਠੀਕ ਕਹਿ ਰਹੇ ਹੋ। ਮੈਂ ਗਰਾਊਂਡਡ ਆਦਮੀ ਹਾਂ ਜੀ। ਦੇਖੋ, ਇਰਰਿਸਪੈਕਟਿਵ ਆਫਿਸ ਦੀ ਕੀ ਪੋਜੀਸ਼ਨ ਹੈ ਜਾਂ ਨਹੀਂ ਹੈ, ਪਰ ਮੈਂ ਹਮੇਸ਼ਾ ਜਿਹੜੀ ਮੇਰੀ ਕਮਿਊਨਿਟੀ ਹੈ ਨਾ, ਮੈਂ ਉਹਦੇ ਨਾਲ ਖੜ੍ਹਾ। ਮੈਂ ਉਹਦੀ ਹਰ ਟਾਈਮ ਜਿੰਨੀ ਕੁ ਸਰਵਿਸ ਮੈਂ ਕਰ ਸਕੂੰਗਾ ਜਾਂ ਉਹ ਦਾਤਾ ਮੈਨੂੰ ਬਖਸ਼ੂਗਾ ਜਿੰਨੀ ਕੁ ਸਰਵਿਸ ਕਰਨ ਜੋ ਕਾਬਲ ਹੋ ਸਕਿਆ ਉਹ ਜ਼ਰੂਰ ਕਰੂੰਗਾ। ਇੱਕ ਚੀਜ਼ ਹੋਰ ਡਾਟਾ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ, ਅਸੀਂ 4 ਇੰਡੀਅਨ ਇੱਕ ਸੀਟ 'ਤੇ ਲੜ ਰਹੇ ਹਾਂ ਐਤਕੀ, ਠੀਕ ਹੈ। ਕੋਈ ਵੀ ਰੀਜ਼ਨ ਨਹੀਂ, ਹਰ ਬੰਦੇ ਨੂੰ ਕੰਟੈਸਟ ਕਰਨ ਦਾ ਰਾਈਟ ਹੈ ਜਦੋਂ ਅਸੀਂ ਅਮੈਰੀਕਨ ਡੈਮੋਕ੍ਰੇਸੀ ਦੀ ਗੱਲ ਕਰਦੇ ਹਾਂ, ਬਿਕੋਜ਼ ਦਿਸ ਇਜ਼ ਦਾ ਓਲਡੈਸਟ ਡੈਮੋਕ੍ਰੇਸੀ ਇਨ ਦਾ ਵਰਲਡ। ਪਰ ਮੈਂ ਇੱਕ ਚੀਜ਼ ਡਾਟਾ ਜਿਹੜਾ ਉਹ ਸ਼ੇਅਰ ਕਰਨਾ ਚਾਹੁੰਦਾ, ਡਿਸਟ੍ਰਿਕਟ 23 ਦੇ ਵਿੱਚ 58,000 ਡੈਮੋਕ੍ਰੈਟ ਰਜਿਸਟਰਡ ਵੋਟਰ ਹੈ। ਅੱਜ ਤੱਕ ਕਦੇ ਵੀ ਹਿਸਟਰੀ 'ਚ ਨਹੀਂ ਹੋਇਆ ਕਿ 7,500 ਜਾਂ 8,000 ਤੋਂ ਜ਼ਿਆਦਾ ਪ੍ਰਾਇਮਰੀ 'ਚ ਕਿਸੇ ਨੇ ਵੋਟਾਂ ਪਾਈਆਂ ਹੋਣ। ਅਤੇ ਜੇ ਪਰਸੈਂਟੇਜ ਕੱਢ ਕੇ ਦੇਖੋ ਤਾਂ 13-14% ਬਣਦੀ ਹੈ, ਠੀਕ ਹੈ। ਪਰ ਜੇ ਉਸ ਪਰਸੈਂਟੇਜ ਦੇ ਵਿੱਚੋਂ ਵੀ 7,000 7,500 ਦੇ ਵਿੱਚੋਂ ਸਾਡੀ ਇੰਡੀਅਨਸ ਦੀ ਜਾਂ ਸਾਊਥ ਏਸ਼ੀਅਨ ਦੀ ਪਰਸੈਂਟੇਜ ਕੱਢ ਲਈਏ, ਠੀਕ ਹੈ, ਉਹ 10% ਹੈ। 700 ਜਾਂ 1000 ਵੋਟ ਪੈਂਦੀ ਹੈ, 800 1000 1500 ਪੈ ਜਾਂਦੀ ਹੋਊਗੀ, ਪਰ ਫਿਰ ਵੀ 6000 ਵੋਟ ਹੈ ਜਿਹੜੀ ਉਹ ਬਾਹਰੋਂ ਪੈ ਰਹੀ ਹੈ, ਅਤੇ 1500 ਅਤੇ 6000 ਦੀ ਰੇਸ਼ੋ ਕੱਢੋਗੇ ਤਾਂ 15-18% ਬਣਦੀ ਹੈ। ਹੁਣ ਗੱਲ ਇਹ ਹੈ ਕਿ ਸਾਡੀ ਐਕਚੁਅਲ ਪਰਸੈਂਟੇਜ ਕਿੰਨੀ ਹੈ। ਵੀ ਆਰ ਮੋਰ ਦੈਨ 35% ਇਨ ਦਿਸ ਡਿਸਟ੍ਰਿਕਟ ਐਜ਼ ਏ ਸਾਊਥ ਏਸ਼ੀਅਨ। 58,000 ਦਾ ਜੇ 60,000 ਦਾ 1/3 ਕਰ ਲਈਏ ਤਾਂ ਤਕਰੀਬਨ 18,000 ਵੋਟਰ ਹਾਂ ਅਸੀਂ ਸਾਊਥ ਏਸ਼ੀਅਨ। ਸਾਡੇ ਪੰਜਾਬੀ ਨਾ ਬਹੁਤ ਸਿੱਧੇ ਸਾਦੇ ਆ, ਤੱਥਾਂ 'ਚ ਉਲਝ ਜਾਣੇ ਆ। ਮੈਂ ਇਹਨਾਂ ਦੀ ਗੱਲ ਸਮਝਾਉਣਾ ਆ। ਮੁੱਖ ਦੀ ਗੱਲ ਹੈ ਕਿ ਆਪਾਂ ਵੋਟ ਪਾਉਣ ਨਹੀਂ ਜਾਂਦੇ, ਅਤੇ ਆਪਾਂ ਇਸ ਵਾਰ ਜਾਣਾ ਆ। ਔਖੇ ਹੋਈਏ ਸੌਖੇ ਹੋਈਏ, ਤੁਹਾਨੂੰ ਕੋਈ ਬੰਦਾ ਚਾਹੀਦਾ ਚੱਕ ਕੇ ਲਿਜਾਣ ਲਈ, ਟਰਾਂਸਪੋਰਟੇਸ਼ਨ ਚਾਹੀਦੀ ਆ, ਅਤੇ ਇਹਨਾਂ ਦੇ ਨੰਬਰ ਹਰ ਜਗ੍ਹਾ ਹੈਗੇ ਆ, ਸੰਪਰਕ ਕਰੋ, ਤੁਹਾਡੇ ਕੋਲ ਬੰਦਾ ਪਹੁੰਚੂਗਾ, ਤੁਹਾਨੂੰ ਲਿਜਾਊਗਾ। ਵੋਟ ਵੀ ਆਪਣੀ ਮਰਜ਼ੀ ਨਾਲ ਪਾਇਓ, ਭਾਵੇਂ ਜਿਹੜਾ ਤੁਹਾਡਾ ਫੇਵਰੇਟ ਹੈ ਉਹਨੂੰ ਪਾਓ, ਪਰ ਵੋਟ ਜ਼ਰੂਰ ਪਾਓ ਤਾਂ ਜੋ ਇੱਥੇ ਦੀ ਗੌਰਮੈਂਟ ਨੂੰ ਤੁਹਾਡੀ ਤਾਕਤ ਦਾ ਅੰਦਾਜ਼ਾ ਹੋਵੇ। ਸੌਰੀ ਮੈਂ ਗੱਲ ਵਿੱਚ ਕੱਟੀ ਸੀ, ਕਿਉਂਕਿ ਪੰਜਾਬੀ, ਮੈਂ ਵੀ ਪੰਜਾਬੀ ਹਾਂ, ਮੈਨੂੰ ਤੁਹਾਡੇ ਫੈਕਟ ਨਹੀਂ ਸਰ, ਮੈਂ ਥੋੜ੍ਹਾ ਜਿਹਾ ਡਿਸਐਗਰੀ ਕਰਦਾ ਤੁਹਾਡੇ ਨਾਲ। ਆਈ ਐਮ ਸੌਰੀ ਵਿਦ ਡਿਊ ਰਿਸਪੈਕਟ ਐਂਡ ਰਿਗਾਰਡ ਕਰਦਾ। ਉਹਦਾ ਰੀਜ਼ਨ ਇਹ ਹੈ ਸਰ ਕਿ ਅਸੀਂ ਜਦੋਂ ਖੁੰਡ ਚਰਚਾ ਕਰਦੇ ਹਾਂ ਨਾ ਪਿੰਡਾਂ ਦੇ ਥੜਿਆਂ 'ਤੇ ਬਹਿ ਕੇ, ਠੀਕ ਹੈ, ਸਾਡੇ ਪਿੰਡਾਂ 'ਚ ਹਰ ਇੱਕ ਬੰਦਾ
ਪੋਲੀਟੀਸ਼ੀਅਨ ਹੈ। ਉਹ ਚੈਨਲ ਦੀ ਨਾਲੋਂ ਵੀ ਵਧੀਆ ਡਿਸਕਸ਼ਨ ਹੁੰਦੀ। ਹਾਂਜੀ, ਸਾਡੇ ਪਿੰਡਾਂ 'ਚ ਹਰ ਇੱਕ ਬੰਦਾ ਪੋਲੀਟੀਸ਼ੀਅਨ ਹੈ। ਈਵਨ ਇੱਥੇ ਅਮਰੀਕਾ ਦੀ ਧਰਤੀ ਦੇ ਉੱਤੇ ਬੈਠ ਕੇ ਵੀ ਸਾਡੇ ਲੋਕ ਪਿਛਲੀ ਰਾਜਨੀਤੀ ਡਿਸਕਸ ਕਰਦੇ ਨੇ। ਕਿਉਂ ਕਰਦੇ ਨੇ? ਕਿਉਂ? ਹੁਣ ਕੁਐਸਚਨ ਹੈ ਕਿਉਂ? ਕਿਉਂਕਿ ਉਹਨਾਂ ਨੂੰ ਇਸ ਰਾਜਨੀਤੀ ਨਾਲ ਐਮਪਾਵਰਮੈਂਟ ਹੀ ਨਹੀਂ ਮਿਲ ਪਾਈ। ਕਿਸੇ ਨੇ ਗਾਈਡ ਹੀ ਨਹੀਂ ਕੀਤਾ ਕਿ ਕਿੰਨੀਆਂ ਸੀਟਾਂ ਨੇ। ਇੱਥੇ ਡਿਸਟ੍ਰਿਕਟ ਲੀਡਰ ਹੁੰਦਾ, ਇੱਥੇ ਸਟੇਟ ਕਮੇਟੀ ਮੈਂਬਰ ਹੁੰਦਾ, ਇੱਥੇ ਅਸੈਂਬਲੀ ਮੈਨ ਹੁੰਦਾ, ਇੱਥੇ ਸਟੇਟ ਸੈਨੇਟ ਹੁੰਦਾ, ਇੱਥੇ ਸਿਟੀ ਕਾਊਂਸਲ ਹੁੰਦਾ, ਇੱਥੇ ਬੋਰੋ ਪ੍ਰੈਜ਼ੀਡੈਂਟ ਹੁੰਦਾ, ਇੱਥੇ ਡੀਏ ਆਫਿਸ ਹੁੰਦਾ, ਇੱਥੇ ਪਬਲਿਕ ਐਡਵੋਕੇਟ ਹੁੰਦਾ, ਇੱਥੇ ਇੱਕ ਸਿਟੀ ਕੰਟਰੋਲਰ ਹੁੰਦਾ, ਇੱਥੇ ਗਵਰਨਰ ਹੁੰਦਾ, ਇੱਥੇ ਲੈਫਟੀਨੈਂਟ ਹੁੰਦਾ। ਬਹੁਤ ਸਾਰੀਆਂ ਪੋਜੀਸ਼ਨਾਂ ਨੇ, ਨੰਬਰਲੈਸ ਪੋਜੀਸ਼ਨਸ ਨੇ। ਪਰ ਸਾਡੀ ਜਿਹੜੀ ਐਮਪਾਵਰਮੈਂਟ ਦੀ ਕਮੀ ਹੈ ਨਾ ਪੋਲੀਟੀਕਲ ਸਿਸਟਮ ਦੇ ਵਿੱਚ, ਉਹ ਹੈ ਨਹੀਂ। ਅਤੇ ਜਿਹੜਾ ਸਾਡਾ ਲੋਗੋ ਹੈ, ਸਾਡਾ ਜਿਹੜਾ ਮੋਟੋ ਹੈ, ਜਿਹੜੇ ਅਸੀਂ ਏਜੰਡੇ ਨੂੰ ਲੈ ਕੇ ਚੱਲ ਰਹੇ ਹਾਂ, ਉਹ ਹੈ ਕਿ ਐਮਪਾਵਰਿੰਗ ਕਮਿਊਨਿਟੀਜ਼, ਮੇਕਿੰਗ ਅਮੈਰੀਕਨ ਡ੍ਰੀਮ ਪੋਸੀਬਲ ਬਾਏ ਐਮਪਾਵਰਿੰਗ ਕਮਿਊਨਿਟੀਜ਼ ਥਰੂ ਐਜੂਕੇਸ਼ਨ ਐਂਡ ਅਵੇਅਰਨੈਸ। ਐਜੂਕੇਸ਼ਨ ਇਜ਼ ਦਾ ਮੇਜਰ ਕੀ। ਐਜੂਕੇਸ਼ਨ ਇਜ਼ ਦਾ ਮੇਜਰ ਕੀ। ਜਦੋਂ ਅਸੀਂ ਲੋਕਾਂ ਨੂੰ ਐਮਪਾਵਰ ਕਰ ਲਿਆ ਨਾ, ਫਿਰ ਨਹੀਂ ਰੁਕਦੀ ਇਹ ਜਨਤਾ। ਸ਼ੁਰੂਆਤ ਤੇ ਵਧੀਆ ਹੋਈ ਸੀ। ਦਲੀਪ ਸਿੰਘ ਸੌਂਦ, ਈਵਨ ਕੈਨੇਡਾ 'ਚ ਦੇਖ ਲਓ ਆਪਣੇ ਕਿੰਨੇ ਆ, ਤੇ ਸ਼ੁਰੂਆਤ ਇੱਥੇ ਵੀ ਹੋ ਚੁੱਕੀ ਆ। ਦੇਖੋ ਜੀ, ਇੱਕ ਮੈਨੂੰ ਵਿਲੀਅਮ ਵਰਡਸਵਰਥ ਦੀਆਂ ਲਾਈਨਾਂ ਯਾਦ ਆ ਗਈਆਂ। ਤੁਸੀਂ ਹਮਜ਼ਾ ਦੀ ਗੱਲ ਕਰ ਰਹੇ ਸੀ, ਮੈਨੂੰ ਵਿਲੀਅਮ ਵਰਡਸਵਰਥ ਦੀਆਂ ਲਾਈਨਾਂ ਯਾਦ ਆ ਗਈਆਂ ਕਿ ਲਾਈਕ ਏ ਸਪਰਿੰਗ ਦ ਬਿਗਨਿੰਗਸ ਆਫ ਆਲ ਥਿੰਗਸ ਆਰ ਸਮਾਲ। ਬੜੀ ਛੋਟੀ ਜੀ ਚਿੰਗਾਰੀ ਭਾਂਬੜ ਬਣ ਜਾਂਦੀ ਹੈ। ਕੈਨੇਡਾ 'ਚ ਬੜੀ ਛੋਟੀ ਜੀ ਸ਼ੁਰੂਆਤ ਹੋਈ ਸੀ, ਜਿਹਦੀ ਗੱਲ ਤੁਸੀਂ ਕੀਤੀ ਹੈ। ਅੱਜ ਦੇਖੋ ਕਿੰਨੇ MP ਨੇ। ਠੀਕ ਹੈ ਨਾ ਜੀ। ਇਸੇ ਸੀਟ ਤੋਂ 2009 ਦੇ ਵਿੱਚ ਸਵਰਨਜੀਤ ਜੀ ਲੜੇ ਸੀ, ਉਦੋਂ ਇਕੱਲੇ ਸੀ। ਐਤਕੀ 4 ਇੰਡੀਅਨ ਲੜ ਰਹੇ ਨੇ। ਦੇਖੋ ਫਰਕ ਪਿਆ ਨਾ। ਆਈ ਐਮ ਸੋ ਹੈਪੀ। ਇਹ ਨਹੀਂ ਕਿ ਮੇਰੇ ਅਪੋਨੈਂਟ ਨੇ ਜਾਂ ਮੇਰੇ ਕੰਟੈਸਟੈਂਟ ਨੇ, ਨਹੀਂ, ਇਟਸ ਓਕੇ। ਬਟ ਆਈ ਐਮ ਸੋ ਹੈਪੀ ਕਿ ਮੇਰੀ ਕਮਿਊਨਿਟੀ ਐਮਪਾਵਰ ਹੋਈ ਹੈ। ਮੇਰੀ ਕਮਿਊਨਿਟੀ 'ਚ ਐਮਪਾਵਰਮੈਂਟ ਆਈ ਹੈ। 4 ਇੰਡੀਅਨ ਲੜ ਰਹੇ। ਇਟਸ ਨਾਟ ਏ ਸਮਾਲ ਥਿੰਗ, ਇਟਸ ਨਾਟ ਏ ਜੋਕ। ਆਈ ਐਮ ਸੋ ਬਲੈਸਡ। I achieved my dream. What I always preach, I already achieved my dream, that ਕਿ empowerment ਆ ਰਹੀ ਹੈ। I'm so happy. ਬਿਲਕੁਲ, ਮੈਂ ਇਹਦੇ ਦੇ ਨਾਲ ਐਗਰੀ ਆ ਕਿ ਸ਼ੁਰੂਆਤ ਅੱਛੀ ਹੋਈ ਆ ਤੇ ਰੁਕਣੀ ਵੀ ਨਹੀਂ ਚਾਹੀਦੀ। ਅੱਗੇ ਵੀ ਇਲੈਕਸ਼ਨ ਹੋਣੀਆਂ ਆ ਤੇ ਉੱਥੇ ਵੀ ਸਾਨੂੰ ਉਹਨਾਂ ਵਿੱਚ ਵੋਟਿੰਗ ਦੇ ਨਾਲ ਵੀ ਤੇ ਇਲੈਕਸ਼ਨ ਲੜ ਕੇ ਵੀ ਹਿੱਸਾ ਲੈਣਾ ਚਾਹੀਦਾ ਆ। ਅਗਲਾ ਤੁਹਾਡਾ ਗੋਲ ਕੀ ਆ? ਮਤਲਬ ਇੱਕ ਹੁੰਦਾ ਨਾ ਵੀ ਮੈਂ ਆਹ ਹੀ ਕਰਨਾ। ਵੈਸੇ ਤਾਂ ਤੁਸੀਂ ਕਾਫੀ ਕੁਝ ਕਲੀਅਰ ਕਰ ਦਿੱਤਾ ਆ। ਇੱਕ ਗੋਲ ਹੁੰਦਾ ਆ, ਮੇਰੀ ਲਾਈਫ ਦਾ ਗੋਲ ਆ। ਫਿਰ ਜਦੋਂ ਗੋਲ ਹੈ ਜੀ empowerment, ਚਾਹੇ ਉਹ ਵੂਮਨ empowerment ਦੀ ਗੱਲ ਹੋਵੇ, ਚਾਹੇ ਉਹ ਕਮਿਊਨਿਟੀਜ਼ empowerment ਦੀ ਗੱਲ ਹੋਵੇ, ਚਾਹੇ ਪੋਲੀਟੀਕਲ empowerment ਦੀ ਗੱਲ ਹੋਵੇ। ਤੁਸੀਂ ਸੰਸਥਾ ਬਣਾਈ ਵੀ ਸੀ empowerment ਸਾਊਥ ਦੀ। ਏਸ਼ੀਅਨਸ ਫॉर empowerment, ਲੋਕ ਉਹਨੂੰ ਸੇਫ ਦੇ ਗੁਰਦੁਆਰਿਆਂ 'ਚ ਇੰਗਲਿਸ਼ ਸਿਖਾਉਂਦੇ ਹੁੰਦੇ ਸੀਗੇ ਔਰ ਹਾਂਜੀ ਮੈਡੀਕਲ ਦੀਆਂ। ਹਾਂਜੀ, ਲੋਕ ਉਹਨੂੰ ਸੇਫ ਦੇ ਨਾਮ ਨਾਲ ਜਾਣਦੇ ਸੀ। ESL ਕਲਾਸਿਸ ਲਗਾਇਆ ਕਰਦੇ ਸੀ ਅਸੀਂ ਉਹਦੇ 'ਤੇ। ਉਹ ਕੀ ਕਾਰਨ ਕੀ ਸੀ? ਬੇਸਿਕਲੀ ESL ਤੋਂ ਮੇਰਾ ਪਰਪਸ ਕੀ ਸੀ ਉਹਨੂੰ ਕਰਨ ਦਾ ਨਾ, ਜਦੋਂ ਮਤਲਬ ਮੈਂ ਰਿਚਮੰਡ ਹਿਲ 'ਚ ਆਫਿਸ 'ਚ ਬੈਠਦਾ ਸੀ ਤਾਂ ਲੋਕ ਆਇਆ ਕਰਦੇ, ਉਹਨਾਂ ਨੂੰ ਕਮਿਊਨੀਕੇਟ 'ਚ ਬੜੀ ਪ੍ਰੋਬਲਮ ਹੁੰਦੀ ਸੀ। ਅਤੇ ਮੈਨੂੰ ਲੱਗਾ ਯਾਰ ਕਿ ਕੁਛ ਕਰਨਾ ਚਾਹੀਦਾ ਆਪਣੇ ਕਮਿਊਨਿਟੀ ਵਾਸਤੇ, ਹੈ ਨਾ। ਅਤੇ ਮੈਨੇ ਸਿਰਫ ਇੰਨਾ ਕੀ ਕੰਮ ਕੀਤਾ ਸੀ ਕਿ ਉਹਨਾਂ ਨੂੰ ESL ਦੀਆਂ ਕਲਾਸਾਂ ਦਿੱਤੀਆਂ। ਪਹਿਲਾਂ ਤਾਂ ਉਹ ਬੜੇ ਡਰੇ ਵੀ ਯਾਰ ਇੰਗਲਿਸ਼ ਅਸੀਂ ਕਿਵੇਂ ਸਿੱਖਾਂਗੇ। ਫਿਰ ਅਸੀਂ ਉਹਨਾਂ ਨਾਲ ਬੜੇ ਤਰੀਕੇ ਨਾਲ ਗੱਲ ਕੀਤੀ, ਸਮਝਾਇਆ ਕਿ ਯਾਰ ਸਿਰਫ ਇੰਨੀ ਕੀ ਗੱਲ ਕਰਨੀ ਹੈ ਵੀ ਜੇ ਤੁਸੀਂ ਸੌਦਾ ਲੈਣ ਗਏ ਹੋ ਕਿਸੇ ਦੁਕਾਨ ਤੋਂ ਨਾ, ਤਾਂ ਉਹਨੂੰ ਪੁੱਛਣਾ ਹੈ ਹਾਊ ਮੱਚ, ਥੈਂਕ ਯੂ ਸੋ ਮੱਚ, ਹੈਲੋ ਹਾਊ ਆਰ ਯੂ, ਆਈ ਐਮ ਫਾਈਨ ਥੈਂਕ ਯੂ। ਛੋਟੀਆਂ ਛੋਟੀਆਂ ਗੱਲਾਂ 8 10 15 20 ਸਟੇਟਮੈਂਟਸ ਜਿਹੜੀਆਂ ਅਸੀਂ ਉਹਨਾਂ ਨੂੰ ਯਾਦ ਕਰਾਈਆਂ। ਹਲਕਾ ਹਲਕਾ ਉਹਨਾਂ ਨੂੰ ਕਮਿਊਨੀਕੇਟ ਕਰਨਾ ਸਿਖਾਇਆ ਈਜ਼ੀ ਲੈਂਗੁਏਜ ਦੇ ਵਿੱਚ, ਤਾਂ ਕਿ ਤੁਸੀਂ ਘੱਟੋ ਘੱਟ ਆਪਣੀ ਗੱਲ ਸਮਝਾ ਸਕੋ ਦੂਸਰੇ ਨੂੰ, ਤਾਂ ਉਹਦੀ ਗੱਲ ਸਮਝ ਸਕੋ। ਇੰਨਾ ਕੀ ਕੰਮ ਸੀ। ਉਹ ਚੱਲਦਾ ਰਿਹਾ ਕੰਮ। ਹੁਣ ਆਉਂਦੀ ਹੈ ਗੱਲ ਮੁੱਦਿਆਂ ਦੀ। ਬਹੁਤ ਕੁਛ ਹੈ ਜੀ ਕਰਨ ਵਾਲਾ। ਤੁਸੀਂ ਸਾਊਥ ਸਾਈਡ ਆਫ ਦਾ ਡਿਸਟ੍ਰਿਕਟ 'ਚ ਜਾ ਕੇ ਦੇਖੋ ਜਰਾ, ਬਿਲੋ ਸਾਊਥ ਆਫ ਹਿਲ ਸਾਈਡ, ਰੋਡਸ ਕੰਡੀਸ਼ਨਸ ਆਰ ਹੌਰੇਬਲ ਹੌਰੇਬਲ। ਠੀਕ ਹੈ ਜੀ। ਗੱਡੀ ਈਵਨ ਜ਼ੀਰੋ ਵਿਜ਼ਨ ਦੇ ਹੋਣ ਕਰਕੇ 25 ਮਾਈਲ ਦੀ ਸਪੀਡ ਹੈ, ਫਿਰ ਵੀ ਲੋਕ ਗੱਡੀ ਸਪੀਡਿੰਗ ਕਰਦੇ ਨੇ। ਅਤੇ ਸਾਨੂੰ ਰੋਡ ਬੰਪਸ ਚਾਹੀਦੇ ਨੇ ਤਾਂ ਕਿ ਸਾਡੀ ਕਮਿਊਨਿਟੀਜ਼ ਫੈਮਿਲੀ ਸੇਫ ਰਹਿ ਸਕਣ। ਸੇਫਟੀ ਜਿਹੜਾ ਸਾਡਾ ਸਭ ਤੋਂ ਵੱਡਾ ਏਜੰਡਾ ਹੈ, ਕਿਉਂਕਿ ਜੇ ਸੇਫ ਨਹੀਂ ਨਾ ਹੋਵੋਗੇ ਤਾਂ ਬਾਕੀ ਕੁਝ ਵੀ ਨਹੀਂ ਹੋ ਸਕਦਾ। ਦੂਸਰਾ, ਮੈਂ ਇੰਜੀਨੀਅਰਿੰਗ ਬੈਕਗਰਾਊਂਡ ਤੋਂ ਆਉਣਾ, ਪਹਿਲਾਂ ਵੀ ਤੁਹਾਡੇ ਨਾਲ ਸ਼ੇਅਰ ਕੀਤਾ ਹੈ। ਟੈਕਨੀਕਲ ਐਜੂਕੇਸ਼ਨ ਫॉर ਕਿਡਸ ਬਹੁਤ ਜ਼ਰੂਰੀ ਹੈ। ਸਾਡੇ ਬੱਚਿਆਂ ਨੂੰ ਨਾ ਵੈਲ ਟ੍ਰੇਨਡ ਕਰਨਾ, ਉਹਨਾਂ ਨੂੰ ਸਕਿਲਡ ਵਰਕਰ ਬਣਾਉਣਾ। ਠੀਕ ਹੈ, ਉਹਨਾਂ ਦੇ ਹੱਥ 'ਚ ਸਕਿੱਲ ਹੋਣੀ ਚਾਹੀਦੀ ਹੈ ਵੈਨ ਦੇ ਗ੍ਰੈਜੂਏਟ ਫਰੋਮ ਹਾਈ ਸਕੂਲ। ਵੀ ਡੋਂਟ ਨੀਡ ਟੂ ਲੈਟ ਦੈਮ ਇਨ ਦਾ ਏਅਰ, ਨੋ।
we need to make sure that they're going to have the technical education starting from elementary school. ਫਿਰ ਹੈਲਥ ਕੇਅਰ ਫॉर ਆਲ, ਐਵਰੀ ਸਿੰਗਲ ਲਾਈਫ ਮੈਟਰ ਜੀ। ਕਿਸੇ ਬਾਪ ਨੂੰ ਪੁੱਛ ਕੇ ਦੇਖੋ ਉਹਦੇ ਪੁੱਤ ਦਾ ਕੀ ਹਾਲ ਹੈ, ਕਿਸੇ ਮਾਂ ਨੂੰ ਪੁੱਛ ਕੇ ਦੇਖੋ ਉਹਦੇ ਪੁੱਤ ਦਾ ਕੀ ਹਾਲ ਹੈ, ਇਰਰਿਸਪੈਕਟਿਵ ਆਫ ਕਲਰ। ਕੋਈ ਵੀ ਬੰਦਾ ਬਿਨਾਂ ਹੈਲਥ ਕੇਅਰ ਤੋਂ ਨਹੀਂ ਹੋਣਾ ਚਾਹੀਦਾ। ਆਈ ਮੇਕ ਸ਼ੋਰ ਕਿ ਇਹ ਹੋਵੇ। ਫਿਰ ਸਭ ਤੋਂ ਵੱਡੀ ਗੱਲ, ਸਾਡੇ ਸੀਨੀਅਰ ਸਿਟੀਜ਼ਨਸ ਦੀ ਗੱਲ ਕਰਾਂ, ਇੱਕ ਵੀ ਸੀਨੀਅਰ ਸੈਂਟਰ ਨਹੀਂ ਹੈਗਾ ਸਾਡਾ ਉਹ ਵੀ ਹੋਣਾ ਚਾਹੀਦਾ, ਬਹੁਤ ਜ਼ਰੂਰੀ ਹੈ। ਫਿਰ ਅਗਲੀ ਗੱਲ ਕਰਦਾ ਜੀ, ਕਮਿਊਨਿਟੀ ਹਾਲਸ ਨਹੀਂ ਹੈਗੇ, ਪੰਜਾਬੀ ਸਕੂਲ ਨਹੀਂ ਹੈਗਾ, ਸਾਕਰ ਗਰਾਊਂਡਸ ਨਹੀਂ ਹੈਗੇ। ਸਾਨੂੰ ਆਲਵੇਜ਼ ਮਰਸੀ 'ਤੇ ਰਹਿਣਾ ਪੈਂਦਾ ਹੈ ਕਿ ਕੋਈ ਸਾਨੂੰ ਸਕੂਲਿੰਗ ਗਰਾਊਂਡ ਨੂੰ ਯੂਜ਼ ਕਰਨ ਵਾਸਤੇ ਦੇ ਦੇ ਤਾਂ ਅਸੀਂ ਉੱਥੇ ਯੂਜ਼ ਕਰ ਲਈਏ। ਵੀ ਨੀਡ ਟੂ ਮੇਕ ਸ਼ੋਰ ਆਲ ਥੀਸ ਥਿੰਗਸ ਆਰ ਗੋਇੰਗ ਟੂ ਬੀ ਹੈਪਨ। ਉਹਦੇ ਨਾਲ ਨਾਟ ਓਨਲੀ ਦੈਟ ਵਨ ਸਮਾਲ ਬਿਜ਼ਨਸ ਜਿਹੜਾ ਸਭ ਤੋਂ ਜ਼ਿਆਦਾ ਇਫੈਕਟ ਹੋਇਆ ਡਿਊਰਿੰਗ ਪੈਂਡੈਮਿਕ। ਅਸੀਂ ਪੈਂਡੈਮਿਕ ਨੂੰ ਬਲੇਮ ਕਰ ਸਕਦੇ ਹਾਂ, ਬਟ ਔਨ ਦੀ ਅਦਰ ਐਂਡ ਟੈਕਨੋਲੋਜੀ ਇਜ਼ ਆਲਸੋ ਪਲੇਇੰਗ ਏ ਮੇਜਰ ਰੋਲ ਸਾਡੇ ਬਿਜ਼ਨਸ ਨੂੰ, ਸਮਾਲ ਬਿਜ਼ਨਸ ਨੂੰ ਇਫੈਕਟ ਕਰਨ ਵਾਸਤੇ, ਰਾਈਟ। ਕਿਉਂਕਿ ਤੁਹਾਡੇ ਸੈੱਲ ਫੋਨਸ ਦੇ ਵਿੱਚ ਐਪਸ ਨੇ, ਤੁਸੀਂ ਐਪਸ 'ਤੇ ਸਮਾਨ ਆਰਡਰ ਕਰ ਦਿੰਦੇ ਹੋ ਅਤੇ ਨੈਕਸਟ ਡੇ ਘਰੇ ਆ ਜਾਂਦਾ ਹੈ। ਨਥਿੰਗ ਰੋਂਗ ਵਿਦ ਦੈਟ, ਬਿਕੋਜ਼ ਟੈਕਨੋਲੋਜੀ ਇਜ਼ ਗੋਇੰਗ ਟੂ ਗਰੋ ਐਵਰੀ ਡੇ ਐਂਡ ਯੂ ਕੈਨ ਨਾਟ ਬਲੇਮ ਟੈਕਨੋਲੋਜੀ। it is going to go up in coming future, but we need to make sure how we are going to come out stronger and better, right, with that one. So we need to do something for our small businesses. We need to empower our small businesses. We need to bring a comprehensive reform bill for our small businesses. ਇਹ ਸਾਰੀਆਂ ਚੀਜ਼ਾਂ ਕਰਨੀਆਂ ਪੈਣਗੀਆਂ। ਇਹ ਇਸ ਵਾਰ ਹੋਇਆ ਆ ਨਾ, ਜਿਹੜੇ ਕਰੋੜਪਤੀ ਸੀ ਉਹਨਾਂ ਨੂੰ ਤੇ ਲੋਨ ਮਾਫ ਵੀ ਹੋ ਗਏ ਤੇ ਆਮ ਬੰਦੇ ਨੂੰ ਜ਼ਿਆਦਾ ਇੰਟਰਸਟ ਫ੍ਰੀ ਲੋਨ ਮਿਲਿਆ। ਦੇਖੋ ਜੀ, ਜਿਹੜਾ ਸਮਾਲ ਬਿਜ਼ਨਸ ਹੈ ਨਾ, ਇਹ ਬੈਕਬੋਨ ਹੈ ਅਮਰੀਕਾ ਦੀ। ਮੈਂ ਫਸਟ ਹੈਂਡ ਐਕਸਪੀਰੀਅੰਸ ਹੈ ਮੈਨੂੰ ਸਮਾਲ ਬਿਜ਼ਨਸ ਓਨਰ ਦਾ, ਕਿਉਂਕਿ ਮੈਂ ਸਮਾਲ ਬਿਜ਼ਨਸ ਓਨਰ ਹਾਂ। ਬੇਸਿਕਲੀ ਸਮਾਲ ਬਿਜ਼ਨਸ ਓਨਰ ਕੀ ਹੁੰਦਾ ਹੈ, ਮੈਂ ਤੁਹਾਡੇ ਨਾਲ ਕਲੀਅਰ ਕਰਨਾ ਚਾਹੁੰਦਾ। ਇਟਸ ਨਾਟ ਏ ਬਿਜ਼ਨਸ, ਇਟ ਇਜ਼ ਨਾਟ ਏ ਬਿਜ਼ਨਸ। You or me or everyone, whosoever is a small business owner, they create the self-employment for themselves. That is called a small business. ਅਸੀਂ small business ਨੂੰ confuse ਕਰ ਜਾਂਦੇ ਹਾਂ corporate ਨਾਲ। I am not against on the corporate sector either. ਉਹਨਾਂ ਨੇ ਵੀ ਕਿਸੇ ਜ਼ਮਾਨੇ 'ਚ small business ਤੋਂ ਸ਼ੁਰੂਆਤ ਕੀਤੀ ਹੋਏਗੀ, ਉਹਨਾਂ ਨੇ ਸਮਾਰਟਲੀ ਕੰਮ ਕੀਤਾ ਹੋਏਗਾ, ਉਹਨਾਂ ਨੇ ਹਾਰਡ ਵਰਕ ਕੀਤਾ ਤਾਂ ਉਸ ਲੈਵਲ 'ਤੇ ਪਹੁੰਚੇ। I am not against on that one either. ਬਟ ਔਨ ਦੀ ਅਦਰ ਐਂਡ ਸਮਾਲ ਬਿਜ਼ਨਸ ਸਾਡੀ ਬੈਕਬੋਨ ਆਫ ਅਮਰੀਕਾ ਹੈ। ਸਾਨੂੰ ਉਹਨੂੰ ਪ੍ਰੋਟੈਕਟ ਕਰਕੇ ਰੱਖਣਾ ਪੈਣਾ। ਸਾਡੇ ਨੇਬਰਹੁੱਡ ਸਟੋਰਸ ਨੇ, ਸਾਡੇ ਡੇਲੀ ਸਟੋਰਸ ਨੇ, ਸਵੀਟ ਸ਼ਾਪਸ ਨੇ, ਸਾਡੇ ਬਾਰਬਰ ਸ਼ਾਪਸ ਨੇ, ਸਾਨੂੰ ਪ੍ਰੋਟੈਕਟ ਕਰਕੇ ਰੱਖਣੇ ਪੈਣੇ ਨੇ ਇਹ। ਅਦਰਵਾਈਜ਼ ਇਟਸ ਗੋਇੰਗ ਟੂ ਬੀ ਅ ਮੈਸ। ਕੋਈ ਵੀ ਪਰਿੰਦਾ ਜੰਮਦੇ ਸਾਰ ਹੀ ਨਹੀਂ ਉੱਡਣ ਲੱਗ ਪੈਂਦਾ। ਇਹੀ ਵਪਾਰੀਆਂ ਨਾਲ ਵੀ ਹੁੰਦਾ ਆ। ਮਿਹਨਤ ਉਹਨਾਂ ਦਾ ਇਹ ਰੰਗ ਲਿਆਉਂਦੀ ਆ। ਅੱਛਾ ਜਿੰਦਲ ਸਾਹਿਬ, ਤੁਸੀਂ ਪੁਲਿਸ ਵਾਲਿਆਂ ਦੇ ਫੰਡ ਦੇ ਵਿੱਚ ਚਾਹੁੰਦੇ ਆ ਵੀ ਬਹਾਲ ਹੋਵੇ ਅਤੇ ਉਹਨਾਂ ਦੀ ਮਦਦ ਹੋਵੇ, ਮੈਂ ਵੀ ਐਗਰੀ ਹਾਂ। ਪਰ ਮੋਸਟ ਇੱਕ ਜਿਹੜੀ ਚੀਜ਼ ਮੈਂ ਨੋਟ ਕੀਤੀ ਆ, ਸ਼ਾਇਦ ਗਲਤ ਹੋਵੇ, ਕਾਲੇ ਦੇ ਉੱਤੇ ਸ਼ੱਕ ਵੀ ਹੋਵੇ ਤਾਂ ਉਹਨੂੰ ਗੋਲੀ ਮਾਰ ਦਿੱਤੀ ਜਾਂਦੀ ਆ। ਗੋਰੇ ਦੇ ਹੱਥ ਵਿੱਚ ਜਿੱਡੀ ਵੱਡੀ ਮਰਜ਼ੀ ਰਾਈਫਲ ਹੋਵੇ, ਉਹਨੂੰ ਜਿੰਦਾ ਫੜਨ ਦੀ ਕੋਸ਼ਿਸ਼ ਹੁੰਦੀ। ਸੌਰੀ ਟੂ ਸੇ, ਨਿਊਜ਼ਾਂ ਦੇ ਫੈਕਟ ਆ। ਅਤੇ ਬਾਅਦ ਵਿੱਚ ਵੀ ਉਹਨੂੰ ਇਹ ਸਾਬਤ ਕਰ ਦਿੱਤਾ ਜਾਂਦਾ ਇਹ ਮੈਂਟਲੀ ਅਪਸੈਟ ਆ। ਹੁਣੇ ਰੀਸੈਂਟਲੀ 9 ਬੰਦੇ ਮਾਰੇ, 25,000 ਕਾਰਤੂਸ ਉਹਦੇ ਕੋਲ ਰੱਖਿਆ ਸੀ। ਇੱਕ ਛੋਟੀ ਸਿਟੀ 'ਤੇ ਕਬਜ਼ਾ ਕਰਨ ਲਈ ਸ਼ਾਇਦ ਇੰਨਾ ਚਾਹੀਦਾ। ਦੇਖੋ ਜੀ, ਮੈਂ ਸਵਾਲ ਮੇਰਾ ਇਹਦੇ ਵਿੱਚ ਥੋੜ੍ਹਾ ਟੇਢਾ ਆ। ਧੌਣ 'ਤੇ ਗੋਡਾ ਰੱਖ ਕੇ ਮਤਲਬ ਉਹਨਾਂ ਨੂੰ ਮੈਂ ਉਹਦੇ ਨਾਲ ਐਗਰੀ ਹਾਂ ਕਿ ਉਹਨਾਂ ਨੂੰ ਫੰਡ ਹੋਵੇ, ਟ੍ਰੇਨਿੰਗ, ਬੰਦੇ ਨੂੰ ਬੰਦਾ ਸਮਝਣਾ। ਦੇਖੋ ਜੀ, ਆਈ ਐਮ ਏ ਵੈਰੀ ਬਿਗ ਸਪੋਰਟਰ ਫॉर ਬਲੈਕ ਲਾਈਵਸ ਮੈਟਰ। ਆਈ ਐਮ ਏ ਵੈਰੀ ਬਿਗ ਸਪੋਰਟਰ ਆਫ ਬਲੈਕ ਲਾਈਵਸ ਮੈਟਰ। ਦ ਰੀਜ਼ਨ ਇਜ਼ we need to treat everyone equal. We need to treat everyone equal. That is the reason I am a very big supporter of Black Lives Matter. Second question is, ਇੱਕੋ ਹੀ ਕੁਐਸਚਨ ਦੇ ਕਈ ਹਿੱਸੇ ਨੇ ਤੁਹਾਡੇ ਦੇ। ਰਹੀ ਗੱਲ ਹੁਣ ਪੁਲਿਸ ਦੀ, ਅਸੀਂ ਉਹਨਾਂ ਨੂੰ ਫੰਡਿੰਗ ਕਰਨ ਨੂੰ ਤਿਆਰ ਹਾਂ, ਅਸੀਂ ਉਹਨਾਂ ਨੂੰ ਆਲ ਕਾਈਂਡ ਆਫ ਇਨਫਰਾਸਟਰਕਚਰ ਪ੍ਰੋਵਾਈਡ ਕਰਨ ਨੂੰ ਤਿਆਰ ਹਾਂ, ਬਟ ਔਨ ਦੀ ਅਦਰ ਐਂਡ they need to be accountable also. We need to create them to be accountable. If they are doing some kind of a wrong act, we need to make sure that one also. It has to be a balanced approach honi chahiye hai. Nobody is perfect. We need to make sure that we at least try to go for a balanced approach. ਇਹੀ ਮੇਰੀਆਂ ਤੇ 2-4 ਗੱਲਾਂ ਸੀਗੀਆਂ। ਅਗਲੀ ਮੈਂ ਚਾਹੂੰਗਾ ਕਿ ਜਿੱਦਾਂ ਪੰਜਾਬ ਪੂਰੇ ਇੰਡੀਆ ਦੇ ਵਿੱਚ ਆਪਣੇ ਕਿਸਾਨਾਂ ਦਾ ਚੱਲ ਰਿਹਾ ਆ, ਜੇ ਤੁਸੀਂ ਜਿੱਤਦੇ ਆ ਤੇ ਕੋਈ ਮੰਗ ਪੱਤਰ ਜਿਹੜਾ ਲੀਗਲ ਵੇ ਆ, ਮੈਮੋਰੰਡਮ ਕੋਈ ਗੌਰਮੈਂਟ ਨੂੰ ਦਓਗੇ?
ਆਈ ਥਿੰਕ ਜਦੋਂ ਆਪਾਂ ਜਿੱਤਦੇ ਹਾਂ, we definitely need to work on that one. According to US laws, whatever the laws is going to be allow us, we definitely work for our farmers. The reason is farmers are everywhere. In any country, farmers, without farmers, there is no food. ਤੁਸੀਂ ਦੇਖਿਆ ਹੋਊਗਾ ਪਿਛਲੇ ਦਿਨਾਂ 'ਚ ਮੈਂ ਸਾਰੀਆਂ ਤਕਰੀਬਨ ਰੈਲੀਆਂ ਅਟੈਂਡ ਕੀਤੀਆਂ ਜਿੰਨੀਆਂ ਫਾਰਮਰਸ ਵਾਸਤੇ ਹੋਈਆਂ। ਰੀਜ਼ਨ ਇਹ ਸੀ ਕਿ ਵੀ ਨੀਡ ਟੂ ਸਪੋਰਟ ਆਵਰ ਪੀਪਲ, ਆਵਰ ਫਾਰਮਰਸ। ਦਾ ਰੀਜ਼ਨ ਇਜ਼ ਕਿ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਨਾ, ਸਾਡਾ ਛੋਟੇ ਹੁੰਦਿਆਂ ਦਾ ਜ਼ਮਾਨਾ, ਕਿਉਂਕਿ ਅਸੀਂ ਉੱਥੋਂ ਹੀ ਆਏ। ਹੁਣ ਬੱਚਿਆਂ ਨੂੰ ਪੁੱਛੋ ਵੀ ਆਟਾ ਕਿੱਥੋਂ ਆਉਂਦਾ, ਉਹਨਾਂ ਨੂੰ ਪਤਾ ਨਹੀਂ। ਕਣਕ ਅਸੀਂ ਪਿਹਾ ਕੇ ਲਿਆਇਆ ਕਰਦੇ, ਪਹਿਲਾਂ ਧੋਤੀ ਜਾਂਦੀ ਸੀ, ਫਿਰ ਸੁਕਾਈ ਜਾਂਦੀ ਸੀ, ਫਿਰ ਪਿਹਾ ਕੇ ਲਿਆਈ ਜਾਂਦੀ ਸੀ, ਫਿਰ ਇੱਕ ਢੋਲ 'ਚ, ਹਾਂਜੀ ਬਹੁਤ ਕੁਛ ਹੁੰਦਾ ਸੀ। ਸੋ ਇਸ ਕਰਕੇ ਸਾਨੂੰ ਆਪਣੇ ਫਾਰਮਰਸ ਨੂੰ ਪ੍ਰੋਟੈਕਟ ਕਰਨਾ ਚਾਹੀਦਾ। ਬਟ ਅਕੋਰਡਿੰਗ ਟੂ US ਲਾਜ਼, ਇਹਦੇ ਵਿੱਚ ਸਾਰੀਆਂ ਰੈਲੀਆਂ ਆਪਾਂ ਗਏ ਆ, ਹਨਾ, ਇਹਦੇ ਨਾਲ ਅਗਰ ਇੱਥੇ ਦੇ ਅਮਰੀਕਨ ਅਫੀਸ਼ੀਅਲ ਤੁਹਾਡੇ ਉਹਨਾਂ ਨਾਲ ਲਿੰਕ ਹੈਗੇ ਆ, ਜੇ ਕੁਝ ਲਿਖਣ ਇੰਡੀਅਨ ਗਵਰਨਮੈਂਟ ਨੂੰ ਤੇ ਉਹਦੇ ਤੇ ਜ਼ਿਆਦਾ definitely we are going to work on that one as soon as we are going to be in the office. ਕਮਿਊਨਿਟੀ ਨਾਲ ਡਿਸਕਸ ਕੀਤੇ ਜਾਣਗੇ ਸਾਰੇ ਮਸਲੇ ਕਿ ਕਿਸ ਤਰ੍ਹਾਂ ਅਸੀਂ ਪ੍ਰੋਟੈਕਟ ਕਰ ਸਕਦੇ ਹਾਂ ਆਪਣੇ ਫਾਰਮਰਸ ਨੂੰ, ਆਪਣੇ ਕੰਟਰੀਜ਼ ਨੂੰ, ਮਦਰਲੈਂਡ ਨੂੰ। ਉਹ ਸਾਡੀ ਜਨਮ ਭੂਮੀ ਹੈ ਤੇ ਸਾਡੀ ਕਰਮ ਭੂਮੀ ਹੈ। ਇੱਕ ਲਾਸਟ ਸਵਾਲ ਤੋਂ ਬਾਅਦ ਤੁਸੀਂ ਇੱਕ ਅਪੀਲ ਕਰਨੀ ਹੈ, ਆਪਣੇ ਮੈਸੇਜ ਜੋ ਵੀ ਦੇਣਾ। ਦਫ਼ਤਰ ਕਿੱਥੇ ਖੋਲੋਗੇ ਤੇ ਉਹਦੇ ਵਿੱਚ ਜਿਹੜੇ ਸਾਡੇ ਮੇਰੇ ਵਰਗੇ ਅਨਪੜ੍ਹ ਬੰਦੇ ਆ ਉਹਨਾਂ ਲਈ ਕੋਈ ਬੈਠੂਗਾ? ਵੈਸੇ ਤਾਂ ਤੁਹਾਡੇ ਦਫ਼ਤਰ 'ਚ ਅਸੀਂ ਚਲੇ ਜਾਈਦਾ ਤੇ ਆਪਣਾ ਕੰਮ ਕਰਵਾ ਲਈਦਾ। ਤੁਸੀਂ ਜਿੱਤੋ ਜਾਂ ਨਾ ਜਿੱਤੋ, ਸਾਨੂੰ ਪਤਾ ਆ ਵੀ ਤੁਸੀਂ ਹੈਲਪ ਕਰਦੇ ਕਮਿਊਨਿਟੀ ਦੀ, ਔਰ ਹਮੇਸ਼ਾ ਕਰਦੇ ਭਾਵੇਂ ਅੱਧੀ ਰਾਤ ਹੋ ਜਾਵੇ। ਨਹੀਂ ਕੋਈ ਗੱਲ ਨਹੀਂ, ਚਲੋ ਜਿਵੇਂ ਦਾਤੇ ਨੇ ਬਖਸ਼ਿਆ, ਜਿਹੋ ਜਿਹੀ ਨੇਚਰ ਹੈਗੀ ਹੈ, ਹੁਣ ਉਹ ਤਾਂ ਚੇਂਜ ਨਹੀਂ ਹੋ ਸਕਦੀ ਵੀ ਵਾਰਿਸ਼ਾਂ ਨਾਲ ਆਦਤਾਂ ਜਾਂਦੀਆਂ, ਭਾਵੇਂ ਕੱਟ ਦਿਓ ਪੋਰੀਆਂ ਜੇ, ਹੁਣ ਜੋ ਹੈ ਸੋ ਹੈ ਸਰ। ਹੁਣ ਉਹਦੇ ਨਾਲ ਗੱਲ ਇਹ ਹੈ ਵੀ ਦਫ਼ਤਰ ਕਿੱਥੇ ਖੋਲੋਗੇ। ਡਿਸਟ੍ਰਿਕਟ ਇਜ਼ ਨਾਟ ਅ ਸਮਾਲ ਡਿਸਟ੍ਰਿਕਟ, ਇਟਸ ਅ ਪ੍ਰੀਟੀ ਬਿਗ ਡਿਸਟ੍ਰਿਕਟ। 188 ਸਟਰੀਟ ਤੋਂ ਸ਼ੁਰੂ ਹੋ ਕੇ ਆਲ ਦਾ ਵੇ ਅਪ ਟੂ ਦਾ ਲੈਂਗਡੇਲ ਸਟਰੀਟ, ਇੱਧਰੋਂ ਜਿਵੇਂ ਕੈਵਿਨ ਤੋਂ ਸ਼ੁਰੂ ਹੋ ਕੇ ਆਲ ਦਾ ਵੇ ਅਪ ਟੂ ਦਾ ਲੌਂਗ ਆਈਲੈਂਡ ਐਕਸਪ੍ਰੈਸਵੇ। ਡਿਪੈਂਡ ਕਰਦਾ ਜੀ ਕਿੱਥੇ ਨੀਡ ਹੋਊਗੀ। ਪ੍ਰੋਬਬਲੀ ਇੱਕ ਦੀ ਬਜਾਏ 2 ਆਫਿਸ ਖੋਲ੍ਹਣੇ ਪੈ ਸਕਦੇ ਨੇ। ਆਪਣੇ ਪੰਜਾਬੀਆਂ ਦੀ ਸਹੂਲਤ ਨੂੰ ਸਾਰਿਆਂ ਦੀ, ਇਕੱਲੇ ਪੰਜਾਬੀਆਂ ਦੀ ਨਹੀਂ, ਪੰਜਾਬੀਆਂ ਦੀ ਵੀ, ਇੰਡੋ ਕੈਰੇਬੀਅਨਸ ਦੀ ਵੀ, ਬਾਕੀ ਕਮਿਊਨਿਟੀਜ਼ ਦੀ ਵੀ, ਸਾਰਿਆਂ ਦੀ ਸਹੂਲਤ ਨੂੰ ਧਿਆਨ 'ਚ ਰੱਖਦੇ ਹੋਏ ਹੋ ਸਕਦਾ 2 ਆਫਿਸ ਹੋਣ, ਠੀਕ ਹੈ। ਐਂਡ ਆਈ ਵਿਲ ਮੇਕ ਸ਼ੋਰ ਕਿ ਮੈਂ ਸਾਰਾ ਦਿਨ ਕਮਿਊਨਿਟੀਜ਼ 'ਚ ਰਹਾਂ। ਸਿਟੀ ਹਾਲਸ ਦੇ ਨਾਲ ਜਿਹੜਾ ਵੀ ਟਾਈਮ ਮੇਰੇ ਕੋਲ ਹੋਵੇ, ਮੈਂ ਕਮਿਊਨਿਟੀਜ਼ 'ਚ ਰਹਾਂ। ਜਿੱਦਣ ਇਹ ਗੱਲ ਡਿਸਾਈਡ ਹੋਈ ਸੀ ਕਿ ਆਪਾਂ ਆਫਿਸ ਲਈ ਰਨ ਕਰਨਾ, ਉਦੋਂ ਮੈਂ ਆਪਣੀ ਫੈਮਿਲੀ ਨਾਲ ਬੈਠ ਕੇ ਡਿਸਕਸ ਕੀਤਾ ਸੀ। ਮੈਂ ਕਿਹਾ ਹੁਣ ਤਾਂ ਸਿਰਫ ਸੰਜੀਵ ਜਿੰਦਲ ਤੁਹਾਡਾ ਹੀ ਹੈ, ਮੇਰੀ ਐਕਸਟੈਂਡਡ ਫੈਮਿਲੀ ਆ ਜਾਊਗੀ ਤੇ ਤੁਹਾਨੂੰ ਮੇਰੇ ਨਾਲ ਸਮਝੌਤਾ ਕਰਨਾ ਪੈਣਾ, ਮੈਨੂੰ ਸਾਰਿਆਂ ਦੀ ਸੁਣਨੀ ਪੈਣੀ ਹੈ, ਦਿਨ ਰਾਤ ਕੰਮ ਕਰਨਾ ਪੈਣਾ, ਬਹੁਤ ਕੰਮ ਹੈ ਕਰਨ ਵਾਲਾ। ਜਿੰਦਲ ਸਾਹਿਬ, ਜਿਹੜੇ ਤੁਸੀਂ ਇੰਡੀਆ ਦੇ ਫਨੀ ਪੋਇਟ ਲਿਆਉਂਦੇ ਸੀਗੇ ਇੱਥੇ ਸਾਡਾ ਇੰਟਰਟੇਨਮੈਂਟ ਕਰਨ ਲਈ, ਹਰ ਸਾਲ ਤੁਹਾਡੇ 1-2 ਟੌਪ ਦੇ ਅਰੁਣ ਜੈਮਨੀ ਵਰਗੇ 8-8 10-10 ਆਉਂਦੇ ਸੀਗੇ, ਔਰ ਉਹ ਦੁਬਾਰਾ ਲਿਆਇਆ ਕਰੋਗੇ? ਕਿਉਂਕਿ ਅਸੀਂ ਉਹ ਸਿਲਸਿਲਾ ਜਾਰੀ ਰਹੂਗਾ ਜੀ। ਕਿਉਂ ਸੀਗਾ ਉਹ ਸਿਲਸਿਲਾ, ਮੈਂ ਉਹਦੇ ਬਾਰੇ ਵੀ ਗੱਲ ਕਰ ਲੈਣਾ। ਉਹ ਅਸੀਂ ਲੈਂਗੁਏਜ ਐਮਪਾਵਰ ਕਰਦੇ ਸੀ, ਲੈਂਗੁਏਜ ਨੂੰ ਐਮਪਾਵਰਮੈਂਟ ਕਰਨ ਵਾਸਤੇ ਉਹ ਪੋਇਟਸ ਲਿਆਏ ਜਾਂਦੇ ਸੀ ਤਾਂ ਕਿ ਸਾਡਾ ਜਿਹੜਾ ਯੰਗ ਜਨਰੇਸ਼ਨ ਹੈ ਉਹ ਉਹਨਾਂ ਨਾਲ ਜੁੜ ਸਕੇ, ਉਹਨਾਂ ਦੇ ਨਾਲ ਕਮਿਊਨੀਕੇਟ ਕਰ ਸਕੇ। ਹਰ ਬੰਦੇ ਨੂੰ ਤੁਸੀਂ ਕਲਾਸ 'ਚ ਬਿਠਾ ਕੇ ਨਹੀਂ ਪੜ੍ਹਾ ਸਕਦੇ, ਹਰ ਡਿਫਰੈਂਟ ਸਿਸਟਮ ਯੂਜ਼ ਕਰਨਾ ਪੈਂਦਾ, ਹਰ ਡਿਫਰੈਂਟ ਤਰ੍ਹਾਂ ਦੀ ਇਨਵਾਇਰਮੈਂਟ ਯੂਜ਼ ਕਰਨਾ ਪੈਂਦਾ। ਉਹ ਇੱਕ ਤਰ੍ਹਾਂ ਦੀਆਂ ਵਰਕਸ਼ਾਪ ਸੈਸ਼ਨ ਸੀਗੀਆਂ ਸਾਨੇ, ਉਹ ਲੈਂਗੁਏਜ ਐਮਪਾਵਰਮੈਂਟ, ਉਹ ਹਮੇਸ਼ਾ ਚੱਲਦੀਆਂ ਰਹਿਣਗੀਆਂ ਸਰ। ਬਿਲਕੁਲ, ਪੋਇਟ ਦੇ ਕੋਲ ਇੱਕ ਤਾਕਤ ਹੁੰਦੀ ਹੈ, ਜਿਹੜੇ ਆਪਣੇ ਬੜੇ ਵਧੀਆ ਤਰੀਕੇ ਦੇ ਨਾਲ ਉਹ ਸਮਾਜ ਸੁਧਾਰਕ ਵੀ ਹੁੰਦੇ ਆ ਤੇ ਗੌਰਮੈਂਟ ਨੂੰ ਵੀ ਮੈਸੇਜ ਦਿੰਦੇ, ਲੋਕਾਂ ਨੂੰ ਵੀ ਦਿੰਦੇ ਆ, ਬੁਰਾਈ ਦੇ ਉੱਤੇ ਹਮੇਸ਼ਾ ਪੰਚ ਕਰਦੇ ਆ। ਉਹਦਾ ਹੀ ਹਮਜ਼ਾ ਤੋਪ ਦਾ ਮੈਂ ਐਗਜ਼ਾਮਪਲ ਦਿੰਦਾ ਆ ਕਿ ਰਾਜੇ ਨੇ ਕਿਹਾ ਮੇਰੀ ਤਾਰੀਫ ਕਰੋ ਪੋਇਟ ਨੂੰ, 3 ਗੜ ਗਏ, ਕਹਿੰਦੇ ਨਹੀਂ ਕਰਨੀ, ਝੂਠੀ ਤਾਰੀਫ, ਕੈਦ ਕਰ ਲਓ। 1 ਮੰਨ ਗਿਆ, 2 ਅੜ ਗਏ, ਕਹਿੰਦੇ ਇਹਨਾਂ ਨੂੰ ਮੌਤ ਦੀ ਸਜ਼ਾ ਦੇ ਦੇਣੀ ਕੱਲ੍ਹ ਨੂੰ। 1 ਮੰਨ ਗਿਆ, 1 ਅੜ ਗਿਆ, ਕਹਿੰਦੇ ਕੀ ਕਰੀਏ ਹੁਣ, ਇਹਨੂੰ ਮਾਰ ਦਈਏ? ਨਹੀਂ, ਕਹਿੰਦੇ ਇਹਨੂੰ ਰਾਜ ਕਵੀ ਬਣਾਓ। ਇਹ ਸੱਚ ਬੋਲਣ ਵਾਲੇ ਕਵੀਆਂ ਦੀ ਹਮੇਸ਼ਾ ਲੋੜ ਹੁੰਦੀ ਆ। ਤੋ ਆਪਣੇ ਲਾਸਟ ਸਟੇਟਮੈਂਟ ਨਾਲ ਆਪਾਂ ਬੰਦ ਕਰਾਂਗੇ ਜੀ। ਹਾਂਜੀ, ਮੈਂ ਚਾਹੁੰਦਾ ਵੈਸੇ ਅਪੀਲ ਵੀ ਆਪਣੇ ਤੌਰ ਤੇ ਤੁਸੀਂ ਕਰੋ, ਮੈਂ ਵੀ ਇਹਨਾਂ ਲਈ ਕਰਦਾ ਆ। ਕਵੀਆਂ ਤੋਂ ਗੱਲ ਯਾਦ ਆ ਗਈ ਕਿ ਜਹਾਂ ਨਾ ਪਹੁੰਚੇ ਰਵੀ ਵਹਾਂ ਪਹੁੰਚੇ ਕਵੀ, ਠੀਕ ਹੈ ਜੀ। ਇਹ ਸੋਚ ਹੁੰਦੇ ਨੇ ਮੁਲਕ ਦੀ, ਸੋ ਇਹ ਸੋਚ ਹਮੇਸ਼ਾ ਜ਼ਿੰਦਾ ਰਹਿਣੀ ਚਾਹੀਦੀ ਹੈ। ਪਰ ਮੇਰੀ ਤੁਹਾਡੇ ਸਾਰੇ ਦਰਸ਼ਕਾਂ ਅੱਗੇ ਇਹ ਬੇਨਤੀ ਹੈ, ਰਜੋਈ ਹੈ, ਹੱਥ ਬੰਨ੍ਹ ਕੇ ਇੱਕ ਰਿਕੁਐਸਟ ਕਰਨ ਲੱਗਿਆ ਤੁਹਾਡੇ ਸਾਰਿਆਂ ਅੱਗੇ, ਠੀਕ ਹੈ। ਮੈਂ ਤੁਹਾਡੇ ਰੂਬਰੂ ਹਾਂ, ਮੈਂ ਵੋਟਾਂ ਮੰਗ ਰਿਹਾ ਤੁਹਾਡੇ ਤੋਂ,
ਤਾਂ ਕਿ ਆਪਾਂ ਪਬਲਿਕ ਆਫਿਸ 'ਚ ਜਾ ਸਕੀਏ। ਪਰ ਪਲੀਜ਼ ਮੈਨੂੰ ਵੋਟ ਪਾਇਓ, ਜਾਂ ਤੁਹਾਡਾ ਜੋ ਵੀ ਫੇਵਰੇਟ ਕੈਂਡੀਡੇਟ ਹੈ ਕੋਈ ਵੀ, ਪਲੀਜ਼ ਉਹਨੂੰ ਵੋਟ ਪਾਇਓ। ਪਰ ਜੂਨ 22 ਨੂੰ ਵੋਟ ਜ਼ਰੂਰ ਪਾਇਓ। ਅਰਲੀ ਵੋਟਿੰਗ ਸ਼ੁਰੂ ਹੋ ਗਈ ਹੈ ਸੈਟਰਡੇ ਨੂੰ, ਦਿਸ ਕਮਿੰਗ ਸੈਟਰਡੇ ਜੂਨ 12 ਤੋਂ ਸ਼ੁਰੂ ਹੋ ਜਾਣੀ ਹੈ। ਪੋਲਸ ਓਪਨ ਹੋ ਜਾਣੀਆਂ ਨੇ 8 ਵਜੇ ਸਵੇਰੇ। ਪਲੀਜ਼ ਗੋ ਆਊਟ ਐਂਡ ਵੋਟ, ਪਲੀਜ਼ ਗੋ ਆਊਟ ਐਂਡ ਵੋਟ, ਪਲੀਜ਼ ਗੋ ਆਊਟ ਐਂਡ ਵੋਟ ਟੂ ਐਨੀਵਨ ਹੂ ਯੂ ਲਾਈਕ, ਬਿਕੋਜ਼ ਜਨਤਾ ਦਾ ਆਦੇਸ਼ ਹੀ ਜਨਾ ਆਦੇਸ਼ ਹੁੰਦਾ ਹੈ। ਥੈਂਕ ਯੂ ਸੋ ਮਚ। ਸੋ ਇਹ ਸਨ ਸੰਜੀਵ ਜਿੰਦਲ ਤੇ ਮੈਂ ਬਲਵੰਤ ਸਿੰਘ ਹੋਠੀ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ ਤੇ ਬੇਨਤੀ ਕਰਦਾ ਹਾਂ ਕਿ ਵੋਟ ਜ਼ਰੂਰ ਪਾਇਆ ਕਰੋ। ਇਹ ਵੈਸੇ ਵੀ ਲਾਜ਼ਮੀ ਆ, ਇੱਥੇ ਦਾ ਲਾਭ ਹੀ ਆ ਕਿ ਉਹ ਜਦੋਂ ਅਸੀਂ ਕਿਸੇ ਇਮੀਗ੍ਰੇਸ਼ਨ ਜਾਂ ਹੋਰ ਕਿਸੇ ਇੰਟਰਵਿਊ 'ਤੇ ਜਾਂਦੇ ਹਾਂ, ਉਹ ਪੁੱਛਦੇ ਹਾਂ ਕਿ ਤੁਸੀਂ ਆਪਣਾ ਵੋਟਿੰਗ ਦਾ ਰਾਈਟ ਯੂਜ਼ ਕਰਦੇ ਆ। ਜੇ ਕੋਈ ਨਹੀਂ ਕਰਦਾ ਤਾਂ ਉਹਨੂੰ ਚੰਗਾ ਨਹੀਂ ਸਮਝਿਆ ਜਾਂਦਾ ਇੱਥੇ। ਤੋ ਇਸ ਕਰਕੇ ਵੋਟਿੰਗ ਦਾ ਹੋਇਆ ਜਾਂ ਆਪਣੇ ਜਿਊਰੀ ਦਾ ਹੋਇਆ, ਉਹ ਇੱਕ ਕਾਨੂੰਨ ਆ, ਹਰੇਕ ਨੂੰ ਜਾਣਾ ਹੀ ਪੈਂਦਾ ਆ। ਤੋ ਇਸ ਕਰਕੇ ਵੋਟ ਜ਼ਰੂਰ ਪਾਉਣੀ ਆ, ਜਿਹਨੂੰ ਮਰਜ਼ੀ ਪਾਓ, ਜਿੰਦਲ ਸਾਹਿਬ ਨੇ ਕਹਿ ਦਿੱਤਾ ਆ। ਤੇ ਉਮੀਦ ਹੈ ਸਾਡੀਆਂ ਸਾਰੀਆਂ ਉਮੀਦਾਂ ਤੇ ਬਹੁਤ ਵਧੀਆ ਤਰੀਕੇ ਨਾਲ ਜਿਸ ਤਰ੍ਹਾਂ ਪਹਿਲਾਂ ਖਰੇ ਉਤਰਦੇ ਉਸੇ ਤਰ੍ਹਾਂ ਹੀ ਉਤਰਨਗੇ। ਤੁਹਾਨੂੰ ਕੋਈ ਕੰਮ ਆ ਤੇ ਇਹਨਾਂ ਦਾ ਦਫ਼ਤਰ 101 ਤੇ 113 ਸਟਰੀਟ ਤੇ ਆ, ਜਦੋਂ ਮਰਜ਼ੀ ਆਓ, ਚਾਹ ਪਾਣੀ ਦੇ ਨਾਲ ਸੇਵਾ ਤੇ ਤੁਹਾਡਾ ਕੰਮ ਵੀ ਕੀਤਾ ਜਾਊਗਾ। ਤੇ ਇਜਾਜ਼ਤ ਦਿਓ, ਬਲਵੰਤ ਸਿੰਘ ਹੋਠੀ, ਪੰਜਾਬੀ ਹਬ ਟੀਵੀ ਦੇ ਲਈ। ਸਤਿ ਸ੍ਰੀ ਅਕਾਲ।